ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ, ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਸਾਰੇ ਵੀਰ ਭੈਣਾਂ ਮਿਲ ਕੇ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਸਚਿਆਰ ਹੋਣ ਦੀ ਪ੍ਰੇਰਨਾ ਹੈ। ਸਚਿਆਰ ਹੋਣ ਵਾਸਤੇ ਸਾਧਨ ਦੱਸੇ ਗਏ ਨੇ। ਉਹ ਸਾਧਨ ਕਿੱਥੋਂ ਮਿਲਣਗੇ ਔਰ ਕਿਵੇਂ ਮਿਲਣਗੇ, ਸਾਡਾ ਮਾਰਗਦਰਸ਼ਨ ਕੀਤਾ ਗਿਆ ਹੈ। ਔਰ ਇਹ ਸਮਾਂ ਅਸੀਂ ਆਪ ਫਿਕਸ ਕਰਨਾ ਹੈ ਕਿ ਕਿੰਨੇ ਚਿਰ ਵਿੱਚ ਅਸਾਂ ਸਚਿਆਰ ਹੋ ਜਾਣਾ ਹੈ। ਕੱਲ ਤੱਕ 19 ਪੌੜੀਆਂ ਦੀ ਵਿਚਾਰ ਅਸੀਂ ਸਾਂਝੀ ਕਰ ਚੁੱਕੇ ਹਾਂ। ਇਹਨਾਂ ਪਿਛਲੀਆਂ 4 ਪੌੜੀਆਂ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੁਦਰਤ ਦੀ ਅਨੰਤਤਾ ਦਰਸਾਈ ਸੀ ਕਿ ਮਾਲਕ ਦੀ ਜੋ ਇਹ ਕਾਇਨਾਤ ਹੈ, ਰੱਬੀ ਗੁਣ ਨੇ, ਦਾਤਾਂ ਨੇ ਜਾਂ ਜਗਤ ਹੈ, ਕਿਸੇ ਵੀ ਚੀਜ਼ ਦਾ ਕੋਈ ਅੰਤ ਨਹੀਂ ਹੈ ਔਰ ਨਾ ਹੀ ਅੰਤ ਪਾਇਆ ਜਾ ਸਕਦਾ ਹੈ। ਸਚਿਆਰ ਹੋਣ ਵਾਸਤੇ ਜਿਵੇਂ ਇੱਕ ਹੀ ਸਾਧਨ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹਨਾਂ ਪਾਵਨ ਪੌੜੀਆਂ ਦੇ ਵਿੱਚ ਵੀ ਸਾਨੂੰ ਸਮਝਾਇਆ ਗਿਆ ਹੈ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਕਾਰ ਜਾਂ ਕਰਮ ਉਹੀ ਚੰਗਾ ਹੈ ਜੋ ਮਾਲਕ ਨੂੰ ਭਾ ਜਾਏ, ਜੋ ਪ੍ਰਭੂ ਦੀ ਰਜ਼ਾ ਔਰ ਭਾਣੇ ਵਿੱਚ ਕੀਤਾ ਜਾਏ। ਤੇ ਰਜ਼ਾ ਭਾਣਾ ਜਾਂ ਲੇਖ ਦਾ ਮਤਲਬ ਹੈ ਲਾ ਆਫ ਨੇਚਰ ਜਾਂ ਕੁਦਰਤ ਦੀ ਜੋ ਨਿਯਮਾਵਲੀ ਹੈ, ਇਹਨੂੰ ਸਮਝ ਕੇ ਆਪਣੀ ਜ਼ਿੰਦਗੀ ਜੀਵੀ ਜਾਏ। ਤਾਂ ਆਓ ਅਗਲੀ ਪੌੜੀ ਦੀ ਵਿਚਾਰ ਅਸੀਂ ਸਾਂਝੀ ਕਰੀਏ। ਭਰੀਏ ਹੱਥ ਪੈਰ ਤਨ ਦੇਹ। ਭਰੀਏ ਦਾ ਮਤਲਬ ਜੇ ਲਿਬੜ ਜਾਏ। ਹੱਥ ਦੇ ਥੱਥੇ ਥੱਲੇ ਔਂਕੜ ਹੈ, ਇਹਦਾ ਮਤਲਬ ਇੱਕ ਹੱਥ। ਪੈਰ ਦੇ ਰਾਰੇ ਥੱਲੇ ਔਂਕੜ ਦਾ ਮਤਲਬ ਇੱਕ ਪੈਰ। ਤਨ ਦਾ ਮਤਲਬ ਇੱਕ ਤਨ ਯਾਨੀ ਸਰੀਰ ਦਾ ਕੋਈ ਅੰਗ। ਔਰ ਦੇਹ ਦੇ ਹਾਹੇ ਥੱਲੇ ਔਂਕੜ ਨਹੀਂ ਹੈ ਕਿਉਂਕਿ ਇਹ ਫੀਮੇਲ ਜੈਂਡਰ ਹੈ, ਇਸ ਲਈ ਦੇਹ ਦੇ ਹਾਹੇ ਥੱਲੇ ਔਂਕੜ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਸਾਡਾ ਹੱਥ ਪੈਰ ਸਰੀਰ ਦਾ ਕੋਈ ਅੰਗ, ਸਾਡਾ ਸਰੀਰ ਲਿਬੜ ਜਾਏ ਮਿੱਟੀ ਆਦਿਕ ਦੇ ਨਾਲ। ਭਰੀਏ ਦਾ ਮਤਲਬ ਹੁੰਦਾ ਹੈ ਭਰ ਜਾਏ, ਲਿਬੜ ਜਾਏ। ਪਿੰਡਾਂ ਦੇ ਅੰਦਰ ਲਿਬੜਨ ਨੂੰ ਭਰਨਾ ਕਹਿੰਦੇ ਨੇ ਕਿ ਮੇਰਾ ਹੱਥ ਚਿੱਕੜ ਨਾਲ ਭਰ ਗਿਆ ਹੈ, ਮੀਨਸ ਲਿਬੜ ਗਿਆ ਹੈ, ਗੰਦਾ ਹੋ ਗਿਆ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਪਾਣੀ ਧੋਤੈ ਉਤਰਸ ਖੇਹ। ਇਹਦਾ ਕਈ ਵੀਰ ਪਾਠ ਕਰਦੇ ਨੇ ਉਤਰ ਸੋ ਖੇ, ਲੇਕਿਨ ਉਹ ਪਾਠ ਕਰਨਾ ਗਲਤ ਹੈ। ਇਹ ਪਾਠ ਉਤਰਸ ਹੀ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਵੀ ਉਤਰਸ ਸ਼ਬਦ ਆਇਆ ਨਾ, ਉਹ ਜ਼ਿਆਦਾ ਕਰਕੇ ਸਿਹਾਰੀ ਦੇ ਨਾਲ ਆਇਆ। ਸਿਰਫ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਹੀ ਉਤਰਸ ਸ਼ਬਦ ਦੇ ਸੱਸੇ ਥੱਲੇ ਔਂਕੜ ਹੈ। ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਉਤਰਸ ਸ਼ਬਦ ਜਿਹੜਾ ਹੈ ਉਹ ਸਿਹਾਰੀ ਦੇ ਨਾਲ ਹੀ ਆਇਆ ਹੈ। ਤੇ ਜਦੋਂ ਅਸੀਂ ਪੁਰਾਤਨ ਬੀੜਾਂ ਵੱਲ ਇੱਕ ਝਾਤ ਮਾਰਦੇ ਹਾਂ, ਪਾਠ ਕਰਦੇ ਹਾਂ, ਤਾਂ ਉੱਥੇ ਜਪਜੀ ਸਾਹਿਬ ਜੀ ਦਾ ਜੋ ਇਹ ਸ਼ਬਦ ਉਤਰਸ ਹੈ ਉਹ ਸਿਹਾਰੀ ਦੇ ਨਾਲ ਲਿਖਿਆ ਹੋਇਆ ਵੀ ਮਿਲਦਾ ਹੈ। ਪਾਣੀ ਧੋਤੇ ਦਾ ਮਤਲਬ ਪਾਣੀ ਦੇ ਨਾਲ ਧੋਤਿਆਂ। ਉਤਰਸ ਖੇ ਦਾ ਮਤਲਬ ਖੇ ਜਿਹੜੀ ਹੈ, ਮਿੱਟੀ ਜਿਹੜੀ ਹੈ ਉਤਰ ਜਾਂਦੀ ਹੈ। ਜਿਵੇਂ ਚਿੱਕੜ ਗਾਰੇ ਨਾਲ ਜਾਂ ਸੁੱਕੀ ਮਿੱਟੀ ਦੇ ਨਾਲ ਸਾਡਾ ਹੱਥ ਪੈਰ ਤਨ ਦਾ ਕੋਈ ਸਰੀਰਕ ਅੰਗ ਜਿਹੜਾ ਹੈ ਲਿਬੜ ਜਾਏ, ਤਾਂ ਉਹ ਪਾਣੀ ਦੇ ਨਾਲ ਧੋਤਿਆਂ ਮਿੱਟੀ ਉਤਰ ਜਾਂਦੀ ਹੈ। ਸਾਨੂੰ ਮਿਸਾਲ ਦੇ ਕੇ ਸਮਝਾ ਰਹੇ ਨੇ ਕਿਉਂਕਿ ਇਹ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਚੀਜ਼ਾਂ ਵਰਤਣ ਵਾਲੀਆਂ। ਤੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵਰਤਣ ਵਾਲੀਆਂ ਚੀਜ਼ਾਂ ਦਾ ਉਦਾਹਰਨ ਦੇ ਕੇ ਹੀ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ, ਜਿਸ ਦੇ ਨਾਲ ਸਾਡੀ ਸਮਝ ਦੇ ਅੰਦਰ ਕੋਈ ਵੀ ਗੱਲ ਬੜੀ ਆਸਾਨੀ ਦੇ ਨਾਲ ਪੈ ਜਾਂਦੀ। ਹੁਣ ਅਗਲਾ ਬਚਨ ਕਰਦੇ ਨੇ ਮੂਤ ਪਲੀਤੀ ਕੱਪੜ ਹੋਏ। ਮੂਤ ਪਲੀਤੀ ਦਾ ਮਤਲਬ ਜੇ ਪਿਸ਼ਾਬ ਆਦਿਕ ਦੇ ਨਾਲ ਕੱਪੜਾ ਪਲੀਤ ਹੋ ਜਾਏ, ਜੇ ਮਲ ਮੂਤਰ ਦੇ ਨਾਲ ਕੱਪੜਾ ਪਲੀਤ ਹੋ ਜਾਏ, ਖਰਾਬ ਹੋ ਜਾਏ, ਤਾਂ ਦੇ ਸਾਬੂਨ ਲਈਏ ਉਹ ਧੋਏ। ਦੇ ਸਾਬੂਨ ਦਾ ਮਤਲਬ ਸਾਬਣ ਲਾ ਕੇ, ਲਈਏ ਉਹ ਧੋਏ ਦਾ ਮਤਲਬ ਉਸ ਕੱਪੜੇ ਨੂੰ ਧੋ ਲਿਆ ਜਾਂਦਾ ਹੈ। ਯਾਨੀ ਜੇ ਤੇ ਮਿੱਟੀ ਆਦਿਕ ਲੱਗੀ ਹੈ ਤਾਂ ਲੋਕ ਪਾਣੀ ਨਾਲ ਹੱਥ ਧੋ ਲੈਂਦੇ ਨੇ। ਮਲ ਮੂਤਰ ਨਾਲ ਕੱਪੜਾ ਖਰਾਬ ਹੋ ਜਾਏ ਤੇ ਉਹ ਪਾਣੀ ਨਾਲ ਸਾਫ਼ ਨਹੀਂ ਹੁੰਦਾ, ਸਾਬਣ ਲਗਾ ਲਿਆ ਜਾਂਦਾ, ਜਿਸ ਕਰਕੇ ਉਹਦੀ ਦੁਰਗੰਧ, ਉਹਦਾ ਦਾਗ ਆਦਿਕ ਮਿਟ ਜਾਏ। ਸਾਬਣ ਨਾਲ ਧੋ ਲਿਆ ਜਾਂਦਾ।
पर गुरु साहब जी कहते ने भरीए मत पापां कै संग। हुण इत्थे पापा नहीं पढ़ना, शब्द है पाप। ते जदों किसी नाउन नूं ਕੰਨਾ ਲਗਾ ਕੇ ਬਹੁਵਚਨੀ ਬਣਾਇਆ ਜਾਂਦਾ ਹੈ ਤਾਂ ਉਹਦਾ ਉਚਾਰਨ ਨਾਸਕੀ ਹੁੰਦਾ ਹੈ। ਸ਼ਬਦ ਹੈ ਪਾਪ ਦੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਗਿਆ, ਸ਼ਬਦ ਬਣ ਗਿਆ ਪਾਪਾ। ਤੇ ਜੇ ਪਾਪਾ ਪੜਾਂਗੇ ਤਾਂ ਪਾਪਾ ਦਾ ਮਤਲਬ ਇੱਕ ਤੇ ਪਿਤਾ ਹੁੰਦਾ ਹੈ, ਦੂਜਾ ਪਾਪਾ ਕਹਿੰਦੇ ਨੇ ਜਿਵੇਂ ਪਿੱਪਲ ਦਾ ਪਾਪਾ ਯਾਨੀ ਪੱਤਾ। ਪਰ ਇੱਥੇ ਸ਼ਬਦ ਹੈ ਪਾਪ, ਪਾਪ ਨੂੰ ਬਹੁਵਚਨੀ ਬਣਾਇਆ ਹੈ, ਇਸ ਲਈ ਉਚਾਰਨ ਕਰਾਂਗੇ ਪਾਪਾਂ ਬਿੰਦੀ ਲਗਾ ਕੇ। ਭਰੀਏ ਮਤ ਪਾਪਾਂ ਕੇ ਸੰਗ। ਪਰ ਜੇ ਮਤ ਜਿਹੜੀ ਇਹ ਪਾਪਾਂ ਦੇ ਨਾਲ ਭਰੀ ਜਾਏ, ਲਿਪਟ ਜਾਏ, ਗੰਦੀ ਹੋ ਜਾਏ, ਤਾਂ ਉਹਨੂੰ ਨਾ ਤਾਂ ਪਾਣੀ ਨਾਲ ਧੋਤਾ ਜਾ ਸਕਦਾ ਹੈ, ਨਾ ਉਹਨੂੰ ਕਿਸੇ ਸਾਬਣ ਨਾਲ ਧੋਤਾ ਜਾ ਸਕਦਾ ਹੈ। ਇਹ ਅਸੀਂ ਜਪਜੀ ਸਾਹਿਬ ਜੀ ਦੇ ਸ਼ੁਰੂ ਵਿੱਚ ਪੜ੍ਹ ਆਏ ਹਾਂ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਕਿ ਲੱਖਾਂ ਵਾਰ ਵੀ ਜੇ ਮੈਂ ਇਸ ਤਨ ਨੂੰ ਧੋਵਾਂ, ਤੀਰਥਾਂ ਵਿੱਚ ਇਸ਼ਨਾਨ ਕਰਾਂ, ਇਸ ਤਨ ਦੀ ਸਾਫ਼ ਸਫਾਈ ਰੱਖਾਂ, ਤਾਂ ਵੀ ਜੋ ਮੇਰਾ ਮਨ ਹੈ, ਜੋ ਮਤ ਹੈ, ਉਹ ਤੀਰਥਾਂ ਤੇ ਨਹਾਉਣ ਦੇ ਨਾਲ ਸਾਫ਼ ਨਹੀਂ ਹੁੰਦੀ। ਇਹ ਚੀਜ਼ ਸਮਝਣ ਵਾਲੀ ਹੈ। ਸਚਿਆਰ ਹੋਣ ਵਾਸਤੇ ਸਾਡੀ ਮਤ ਸਾਫ਼ ਚਾਹੀਦੀ ਹੈ, ਸਾਡੀ ਸੋਚ ਸਾਫ਼ ਚਾਹੀਦੀ ਹੈ, ਸਾਡੇ ਕੋਲ ਵਿਸ਼ਾਲ ਜੋ ਸਾਰਥਕ ਗਿਆਨ ਹੈ ਉਹ ਚਾਹੀਦਾ ਹੈ, ਯਥਾਰਥ ਗਿਆਨ ਚਾਹੀਦਾ। ਉਹਦੇ ਨਾਲ ਸਾਨੂੰ ਸਮਝ ਆਏਗੀ ਕਿਹੜੀ ਚੀਜ਼ ਗਲਤ ਹੈ, ਕਿਹੜੀ ਚੀਜ਼ ਗਲਤ ਹੈ, ਕਿਹੜੀ ਠੀਕ ਹੈ, ਪੁੰਨ ਕੀ ਹੈ, ਪਾਪ ਕੀ ਹੈ, ਧਰਮ ਕੀ ਹੈ, ਅਧਰਮ ਕੀ ਹੈ, ਹਾਨੀ ਕੀ ਹੈ, ਲਾਭ ਕੀ ਹੈ, ਆਪਣਾ ਕੀ ਹੈ, ਬਗਾਨਾ ਕੀ ਹੈ, ਆਤਮ ਕੀ ਹੈ, ਅਨਾਤਮ ਕੀ ਹੈ, ਜੀਵਨ ਕੀ ਹੈ, ਮੌਤ ਕੀ ਹੈ, ਖੁਸ਼ੀ ਕੀ ਹੈ, ਗਮੀ ਕੀ ਹੈ। ਇਹਨਾਂ ਚੀਜ਼ਾਂ ਦੀ ਪਹਿਚਾਨ ਸਾਡੇ ਕੋਲ ਜਦੋਂ ਯਥਾਰਥ ਗਿਆਨ ਹੋਏਗਾ ਤਾਂ ਹੀ ਕਰ ਪਾਵਾਂਗੇ। ਮਤ ਬਿਲਕੁਲ ਸਾਫ਼ ਸੁਥਰੀ ਹੋਏਗੀ, ਵੈਰ ਵਿਰੋਧ ਤੋਂ, ਈਰਖਾ ਦੁਐਸ਼ ਤੋਂ ਰਹਿਤ ਹੋਏਗੀ, ਸਾਡੇ ਕੋਲ ਕਾਮਨ ਸੈਂਸ ਹੋਏਗੀ, ਵਿਵੇਕ ਬੁੱਧ ਹੋਏਗੀ, ਤਾਂ ਤੀਰਥਾਂ ਆਦਿਕ ਦੇ ਇਸ਼ਨਾਨ ਦੇ ਨਾਲ, ਪਾਣੀ ਦੇ ਨਾਲ ਕਦੇ ਵੀ ਮਤ ਸਾਫ਼ ਨਹੀਂ। ਇਹ ਗੱਲ ਬਿਲਕੁਲ ਯੂਨੀਵਰਸਲ ਟਰੁਥ ਹੈ, ਇਹ ਬ੍ਰਹਿਮੰਡ ਦੀ ਸੱਚ ਹੈ, ਇੱਕ ਮਨੋਵਿਗਿਆਨਿਕ ਤੱਥ ਹੈ। ਲੇਕਿਨ ਆਮ ਜੋ ਲੋਕ ਨੇ ਉਹ ਇੱਥੇ ਹੀ ਉਲਝੇ ਰਹਿੰਦੇ ਨੇ ਕਿ ਦੁਨਿਆਵੀ ਕੋਈ ਕਰਮ ਕਾਂਡ ਕਰ ਲਓ, ਥੋੜਾ ਬਹੁਤਾ ਪੁੰਨ ਦਾਨ ਕਰ ਲਓ, ਤੀਰਥਾਂ ਤੇ ਨਹਾ ਲਓ, ਜੇ ਕੋਈ ਬਜ਼ੁਰਗ ਗੁਜ਼ਰ ਗਿਆ ਹੈ ਤਾਂ ਉਹਦੇ ਸੁਖ ਸ਼ਾਂਤੀ ਵਾਸਤੇ ਸਰਾਧ ਕਰਾ ਲਓ, ਜੰਤਰ ਮੰਤਰ ਕੁਛ ਪੜ੍ਹ ਲਓ, ਟੂਣੇ ਤਵੀਤਾਂ ਨੂੰ ਅਪਣਾ ਲਓ, ਮੜੀਆਂ ਮਸਾਣਾ ਤੇ ਮੱਥੇ ਟੇਕ ਲਓ, ਬਾਬਿਆਂ ਨੂੰ ਮੱਥੇ ਟੇਕ ਆਵੋ, ਸ਼ਾਇਦ ਮਤਲਬ ਇਹ ਚੀਜ਼ਾਂ ਮਿਲ ਜਾਣ। ਪਰ ਐਵੇਂ ਹੁੰਦਾ ਨਹੀਂ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਵੇਂ ਸਰੀਰ ਆਦਿਕ ਦੇ ਉੱਤੇ ਖੇ ਮਿੱਟੀ ਲੱਗ ਜਾਏ, ਉਹਨੂੰ ਪਾਣੀ ਨਾਲ ਧੋ ਲਈਦਾ ਹੈ। ਜੇ ਮਲ ਮੂਤਰ ਦੇ ਨਾਲ ਕੋਈ ਕੱਪੜਾ ਖਰਾਬ ਹੋ ਜਾਏ, ਉਹਨੂੰ ਸਾਬਣ ਲਾ ਕੇ ਧੋ ਲਈਦਾ ਹੈ। ਇਸੇ ਤਰ੍ਹਾਂ ਜੇਕਰ ਭਰੀਏ ਮਤ ਪਾਪਾਂ ਕੇ ਸੰਗ, ਜੇ ਬੁੱਧੀ ਦੇ ਅੰਦਰ, ਮਤ ਦੇ ਅੰਦਰ ਵਿਕਾਰ ਆ ਜਾਣ, ਈਰਖਾ ਆ ਜਾਏ, ਔਰ ਦੇਖੋ ਪਾਪਾਂ ਦੇ ਨਾਲ ਭਰੀ ਹੋਈ ਮਤ ਦੇ ਨਾਲ ਮਨੁੱਖ ਨੇ ਆਪਣਾ ਕਿੰਨਾ ਖੁਆਰ ਕੀਤਾ ਹੈ ਨਾ ਕੰਮ। ਜਿਵੇਂ ਹੁਣ ਤੁਸੀਂ 2 ਮਿੰਟ ਪਹਿਲਾਂ ਵਿਚਾਰ ਕਰ ਰਹੇ ਸੀ, ਤਾਂ ਇੱਕ ਪਾਸੇ ਤਾਂ ਕਰੋਨਾ ਦੇ ਨਾਲ ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਸਾਰੇ ਦੇਸ਼ ਜਿਹੜੇ ਨੇ ਉਹ ਲੋਕਡਾਊਨ ਹੋਏ ਪਏ ਨੇ, ਇਕਨੋਮੀ ਦਾ ਭੈੜਾ ਹਾਲ ਹੈ, ਆਮ ਬੰਦੇ ਦਾ ਜਿਹੜਾ ਹੈ ਰੋਟੀ ਪਾਣੀ ਖਾਣਾ ਜੀਣਾ ਦੂਬਰ ਹੋਇਆ ਪਿਆ ਹੈ। ਤੇ ਦੂਜੇ ਪਾਸੇ ਬਾਰਡਰ ਦੇ ਉੱਤੇ ਉਹ ਇੱਕ ਦੂਜੇ ਦੇ ਨਾਲ ਮਤਲਬ ਲੜਨ ਦਾ, ਜਾਂ ਜਿਸ ਤਰ੍ਹਾਂ ਵੀ ਤੁਸੀਂ ਵਿਚਾਰ ਕਰ ਰਹੇ ਸੀ ਮਾਰਨ ਦਾ। ਹੁਣ ਇਹ ਮੱਤ ਪਾਪਾਂ ਵਾਲੀ ਹੈ ਨਾ, ਗਲਤ ਮੱਤ ਹੈ ਨਾ। ਗਲਤ ਮੱਤ ਦਾ ਹੀ ਇੱਕ ਰਿਜ਼ਲਟ ਹੈ ਕਿ ਇਹ ਦੇਸ਼ਾਂ ਦੀਆਂ ਜਿਹੜੀਆਂ ਵੀ ਸੀਮਾਵਾਂ ਨਿਸ਼ਚਿਤ ਕਰ ਲਈਆਂ ਗਈਆਂ, ਇੱਕ ਦੇਸ਼ ਨੂੰ ਦੂਜੇ ਦੇਸ਼ ਨੇ ਆਪਣਾ ਵੈਰੀ ਸਮਝ ਲਿਆ, ਜਦੋਂ ਕਿ ਇੱਕ ਓੰਕਾਰ ਨੂੰ ਜੇ ਸਮਝਦੇ ਤਾਂ ਇਹ ਸਮੱਸਿਆਵਾਂ ਖੜੀਆਂ ਹੀ ਨਹੀਂ ਸੀ ਨਾ ਹੋਣੀਆਂ ਚਾਹੀਦੀਆਂ। ਰਾਸ਼ਟਰਵਾਦ ਦਾ ਜਿਹੜਾ ਹੋਕਾ ਦਿੱਤਾ ਗਿਆ, ਬੰਦੇ ਨੂੰ ਬਹੁਤ ਚੰਗਾ ਲੱਗਾ, ਲੇਕਿਨ ਦੁਨੀਆ ਦੇ ਉੱਤੇ ਸਭ ਤੋਂ ਵੱਡਾ ਜਿਹੜਾ ਖਤਰਾ ਹੈ ਮਨੁੱਖਤਾ ਲਈ, ਜੋ ਮੈਂ ਸਮਝਦਾ ਹਾਂ, ਉਹ ਰਾਸ਼ਟਰਵਾਦ ਹੀ ਹੈ। ਕਿ ਜੋ ਮੇਰਾ ਦੇਸ਼ ਹੈ ਸੁਰੱਖਿਅਤ ਰਹੇ, ਦੂਜੇ ਦੇਸ਼ ਦੇ ਉੱਤੇ ਐਟਮ ਬੰਬ ਬਰਸਾ ਦਿਓ, ਜਿਵੇਂ ਜਾਪਾਨ ਦੇ ਉੱਤੇ ਡੇਗੇ ਗਏ। ਕਿੰਨੇ ਹਥਿਆਰ ਬਣਾਏ ਗਏ ਨੇ, ਐਟਮੀ ਹਥਿਆਰ। ਤੇ ਜੇ ਇਹ ਐਟਮੀ ਹਥਿਆਰ ਚੱਲਦੇ ਨੇ, ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਮਨੁੱਖਤਾ ਬਾਰੂਦ ਦੇ ਬਹੁਤ ਵੱਡੇ ਢੇਰ ਤੇ ਬੈਠੀ ਹੋਵੇ।
ਜਦੋਂ ਕਦੇ ਕੋਈ ਮੂਰਖ ਮਨੁੱਖ ਇਸ ਬਾਰੂਦ ਦੇ ਢੇਰ ਨੂੰ ਨਿੱਕੀ ਜਿਹੀ ਅੱਗ ਦੀ ਚੰਗਿਆੜੀ ਲਗਾਏਗਾ, ਇਹ ਬਾਰੂਦ ਦਾ ਢੇਰ ਫਟੇਗਾ ਤੇ ਰੱਬ ਦੀ ਵਸਤੀ ਇਹ ਕੁਦਰਤ ਫਿਨਾ ਫਿਲਾ ਹੋ ਜਾਏਗੀ। ਜੇ ਐਟਮੀ ਹਥਿਆਰ ਚੱਲਦੇ ਨੇ ਤੇ ਉਹ ਧੂਣੀ ਲਾਉਣ ਵਾਸਤੇ ਤਾਂ ਰੱਖੇ ਨਹੀਂ। ਜੇ ਐਸੇ ਹਾਲਾਤ ਪੈਦਾ ਹੋ ਜਾਂਦੇ ਨੇ ਤਾਂ ਫਿਰ ਇਸ ਦੁਨੀਆ ਦਾ ਕੀ ਹਾਲ ਬਣੇਗਾ? ਤਾਂ ਭੈੜੀ ਮਾਤੀ ਹੈ ਨਾ। ਜੇਕਰ ਇਹਨਾਂ ਦੇਸ਼ਾਂ ਦੀਆਂ ਸੀਮਾਵਾਂ ਖਤਮ ਕਰਕੇ ਪੂਰੀ ਦੁਨੀਆ ਨੂੰ ਇੱਕ ਕਰ ਦਿੱਤਾ ਜਾਏ, ਰਾਜਧਾਨੀ ਇੱਕ ਹੋ ਜਾਏ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿੱਤਾ ਜਾਏ, ਤਾਂ ਜੋ ਵੀ 40, 50, 60% ਜਿੰਨਾ ਵੀ ਧਨ ਮਨੁੱਖਤਾ ਦੇ ਵਿਨਾਸ਼ ਲਈ ਖਰਚ ਹੁੰਦਾ ਹੈ, ਉਹ ਮਨੁੱਖਤਾ ਦੇ ਉਥਾਨ ਵਾਸਤੇ ਖਰਚ ਹੋ ਸਕਦਾ ਹੈ। ਦੂਜੀ ਗੱਲ ਹੈ, ਸਮਾਜ ਦੇ ਅੰਦਰ ਦੇਖੋ ਮਾੜੀ ਮੱਤ ਦੀ ਨਿਸ਼ਾਨੀ, ਮਾੜੀ ਮੱਤ ਦਾ ਰਿਜ਼ਲਟ ਕੀ ਰਿਹਾ ਕਿ ਸਮਾਜ ਦੇ ਅੰਦਰ ਜਾਤੀਵਾਦ, ਬ੍ਰਾਹਮਣ, ਸ਼ੂਦਰ, ਖੱਤਰੀ, ਵੈਸ਼ ਆਦਿਕ ਵਰਨਾਂ ਦੇ ਅੰਦਰ ਵੰਡਿਆ, ਅੱਗੋਂ ਜਾਤਾਂ ਪਾਤਾਂ ਦੇ ਝੇੜੇ ਝਗੜੇ ਅੱਜ ਵੀ ਨੇ। ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਕਿੰਨਾ ਕਰੂਰ ਵਿਵਹਾਰ, ਪਸ਼ੂਆਂ ਵਾਲਾ ਵਿਵਹਾਰ ਮਨੁੱਖਤਾ ਦੇ ਇੱਕ ਬਹੁਤ ਵੱਡੇ ਹਿੱਸੇ ਦੇ ਨਾਲ ਕੀਤਾ ਜਾਂਦਾ ਰਿਹਾ। ਜਦੋਂ ਅਸੀਂ ਇਸਤਰੀ ਦੀ ਦਸ਼ਾ ਬਾਰੇ ਪੜ੍ਹਦੇ ਹਾਂ ਤਾਂ ਕਿੰਨਾ ਕਰੂਰ ਵਿਵਹਾਰ ਜਾਂ ਦੁਰਵਿਵਹਾਰ ਔਰਤ ਦੇ ਨਾਲ ਹੁੰਦਾ ਰਿਹਾ। ਇੰਨਾ ਫਰਕ ਸਮਝਿਆ ਗਿਆ ਨਾ, ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਤਾਂ ਇਹ ਸਾਰਾ ਕੀ ਸੀ? ਖੋਟੀ ਮਾਤੀ ਇਹਨੇ, ਪਾਪ ਇਹਨੇ, ਹੋਰ ਕੀ ਹੈ। ਜੇ ਅਸੀਂ ਆਰਥਿਕ ਦੁਨੀਆ ਵੱਲ ਵੇਖਦੇ ਹਾਂ ਤਾਂ ਕਿਵੇਂ 2 ਨੰਬਰ ਦੇ ਧੰਦੇ ਔਰ ਕਿਵੇਂ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ ਔਰ ਕਿਸ ਢੰਗ ਦੇ ਨਾਲ ਡੁਪਲੀਕੇਟ ਦਵਾਈਆਂ ਜਾਂ ਕੁਛ ਜੋ ਕੁਛ ਵੀ ਹੁੰਦਾ ਹੈ ਤੁਹਾਡੇ ਸਾਹਮਣੇ ਹੈ। ਜਿਵੇਂ ਆ ਖਬਰਾਂ ਦੇ ਵਿੱਚ ਆਮ ਛਪਦਾ ਕਿ ਅਸੀਂ ਗਏ ਸੀ ਕਰੋਨਾ ਟੈਸਟ ਕਰਾਉਣ ਵਾਸਤੇ ਤੇ ਸਾਡਾ ਪੋਜ਼ਿਟਿਵ ਆ ਗਿਆ ਤੇ ਦੂਜੇ ਦਿਨ ਕਰਾਇਆ ਤੇ ਉਹ ਨੈਗੇਟਿਵ ਆ ਗਿਆ। ਕੇਵਲ ਪੈਸਾ ਲੈਣ ਵਾਸਤੇ ਜੇ ਕੋਈ ਲੈਬ ਵਾਲਾ ਐਵੇਂ ਕਰਦਾ ਹੈ ਤਾਂ ਕਿੱਡਾ ਵੱਡਾ ਨੁਕਸਾਨ ਹੈ। ਇਹਨੇ ਇਸੇ ਨੂੰ ਖੋਟੀ ਮੱਤ ਕਹਿੰਦੇ ਨੇ। ਖੋਟੀ ਮੱਤ ਦੀਆਂ ਇਹ ਨਿਸ਼ਾਨੀਆਂ ਨੇ। ਖੋਟੀ ਮੱਤ ਰਾਹੀਂ ਵਾਪਰ ਰਹੇ ਇਹ ਸਾਰੇ ਦੇ ਸਾਰੇ ਵੱਡੇ ਵੱਡੇ ਦੁਖਾਂਤ ਨੇ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਧਰਮ ਦੀ ਦੁਨੀਆ ਵਿੱਚ ਵੇਖ ਲਓ, ਇੱਥੇ ਤਾਂ ਖੋਟੀ ਮੱਤ ਵਾਲੇ ਨਹੀਂ ਸੀ ਚਾਹੀਦੇ, ਕਿਉਂਕਿ ਧਰਮ ਨੇ ਤਾਂ ਸਾਡੀ ਮੱਤ ਨੂੰ ਸਾਫ਼ ਸੁਥਰਾ ਕਰਨਾ ਸੀ। ਕੋਈ ਵੀ ਧਰਮ ਕਤਲ ਕਰਨੇ ਤੇ ਨਹੀਂ ਸਿਖਾਉਂਦਾ, ਕੋਈ ਵੀ ਧਰਮ ਝੂਠ ਬੋਲਣੇ ਤਾਂ ਨਹੀਂ ਸਿਖਾਉਂਦਾ। ਧਰਮ ਤਾਂ ਸਾਨੂੰ ਜੀਵਨ ਦੀ ਜਾਂਚ ਦਿੰਦਾ ਸੀ। ਪਰ ਧਰਮ ਦੀ ਦੁਨੀਆ ਵਿੱਚ ਵੀ ਤੁਹਾਨੂੰ ਖੋਟੀ ਮੱਤ ਵਾਲੇ ਲੋਕ ਮਿਲਣਗੇ। ਖੋਟੀ ਮੱਤ ਹੀ ਹੈ ਨਾ, ਭੂਤ ਪ੍ਰੇਤਾਂ ਦੇ ਵਹਿਮ ਜੋ ਪਾਏ ਨੇ। ਭੂਤ ਪ੍ਰੇਤ ਹੈ ਨਹੀਂ, ਬਿਲਕੁਲ ਨਹੀਂ ਹੈਗੇ, ਲੇਕਿਨ ਲੋਕਾਂ ਨੂੰ ਮਨਾਇਆ ਜਾ ਰਿਹਾ ਹੈ। ਲੋਕ ਚੌਂਕੀਆਂ ਦੇ ਰਹੇ ਨੇ। ਵਡਭਾਗ ਸਿੰਘ ਦਾ ਡੇਰਾ ਦੇਖੋ, ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜਾ ਰਹੇ ਨੇ। ਔਰ ਉੱਥੇ ਜੋ ਮਾਨਸਿਕ ਰੋਗੀ ਨੇ, ਜਿਵੇਂ ਹਿਸਟੀਰੀਆ ਵਗੈਰਾ ਹੈ, ਤਾਂ ਹਿਸਟੀਰੀਏ ਦੇ ਮਰੀਜ਼ਾਂ ਦੇ ਅੰਦਰ ਐਸੀ ਭਾਵਨਾ ਆ ਜਾਂਦੀ ਹੈ ਕਿ ਮੇਰੇ ਅੰਦਰ ਕੋਈ ਆਤਮਾ ਪ੍ਰਵੇਸ਼ ਕਰ ਗਈ ਹੈ, ਜਾਂ ਘਰੇਲੂ ਕਈ ਸਮੱਸਿਆਵਾਂ ਹੁੰਦੀਆਂ ਨੇ, ਉਹਨਾਂ ਦੇ ਕਾਰਨ ਉਹ ਰੋਗੀ ਲੋਕ ਉੱਥੇ ਜਾ ਰਹੇ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਤੁਹਾਡੇ ਅੰਦਰ ਭੂਤ ਨੇ ਔਰ ਇੱਥੇ ਆਇਆ ਭੂਤ ਨਿਕਲ ਜਾਣਗੇ। ਕਿੱਡਾ ਵੱਡਾ ਕਾਲਾ ਬਾਜ਼ਾਰੀ ਹੈ ਨਾ ਧਰਮ ਦੇ ਨਾਮ ਦੇ ਉੱਤੇ। ਆ ਜਿੰਨੇ ਵੀ ਹੱਥ ਵੇਖਣ ਵਾਲੇ ਜੋਤਸ਼ੀ ਜਾਂ ਕਿਸਮਤ ਦੱਸਣ ਵਾਲੇ ਬਾਬੇ, ਇਹ ਚੋਰ ਬਾਜ਼ਾਰੀ ਤਾਂ ਹੈ, ਹੋਰ ਕੀ ਹੈ ਧਰਮ ਦੇ ਨਾਮ ਦੇ ਉੱਤੇ। ਕਿੰਨਾ ਇਮੋਸ਼ਨਲ ਬਲੈਕਮੇਲਿੰਗ ਕੀਤੀ ਜਾਂਦੀ ਹੈ ਜੋ ਪੁਜਾਰੀ ਵਰਗ ਹੈ, ਜਿਸ ਦੇ ਵਿੱਚ ਮੈਂ ਖੁਦ ਵੀ ਸ਼ਾਮਲ ਹਾਂ। ਯਾਨੀ ਜੇਕਰ ਅਸੀਂ ਸੱਚ ਨਹੀਂ ਦੱਸਦੇ ਤਾਂ ਕਿੱਡਾ ਵੱਡਾ ਇਹਦੇ ਪਿੱਛੇ ਚੱਲ ਰਿਹਾ ਨਾ ਭੈੜੀ ਮੱਤ। ਨਰਕ ਸਵਰਗ, ਮਰਨ ਤੋਂ ਬਾਅਦ ਜੀ ਨਰਕ ਨੇ ਸਵਰਗ ਨੇ। ਗੁਰਬਾਣੀ ਨਹੀਂ ਮੰਨਦੀ ਇਹਨਾਂ ਚੀਜ਼ਾਂ ਨੂੰ, ਲੇਕਿਨ ਇਹ ਖੋਟੀ ਮੱਤ ਦੀ ਹੀ ਨਿਸ਼ਾਨੀ ਹੈ ਕਿ ਕਿਸੇ ਨੂੰ ਨਰਕ ਔਰ ਸਵਰਗਾਂ ਦੇ ਚੱਕਰਾਂ ਵਿੱਚ ਪਾ ਕੇ ਤੇ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਨਾ ਕਿ ਤੁਹਾਡੇ ਬਾਪੂ ਨੂੰ ਕੱਪੜੇ ਮਿਲਣਗੇ ਤੇ ਪਾਣੇ ਆਪ, ਫਰੂਟ ਆਪ ਖਾਣਗੇ ਪੁਜਾਰੀ ਤੇ ਮਿਲਣਗੇ ਤੁਹਾਡੀ ਬੇਬੇ ਨੂੰ। ਬੇਬੇ ਵਿਚਾਰੀ ਨੂੰ ਤੇ ਘਰਦਿਆਂ ਨੇ ਇੱਥੇ ਨਹੀਂ ਦਿੱਤੇ ਤੇ ਉੱਥੇ ਅੱਗੇ ਕਿੱਥੇ ਦੇਣੇ ਸੀ। ਐਨ ਤੋਂ ਭਾਵ ਕਿ ਇਹ ਕਾਲਾ ਬਾਜ਼ਾਰੀ, ਚੋਰ ਬਾਜ਼ਾਰੀ, ਖੋਟੀ ਮੱਤ ਤੇ ਹੈ। ਰਾਜਨੀਤੀ ਦੀ ਦੁਨੀਆ ਦੀ ਮੈਂ ਗੱਲ ਕਰ ਹੀ ਚੁੱਕਾ। ਤੁਸੀਂ ਪਰਿਵਾਰਕ ਦੁਨੀਆ ਵਿੱਚ ਵੇਖੋ, ਬਹੁਤੇ ਥਾਵਾਂ ਦੀ ਗੱਲ ਕਰ ਰਿਹਾ ਮੈਂ, ਸਾਰਿਆਂ ਦੀ ਨਹੀਂ, ਪਰਸੈਂਟੇਜ ਦੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਸਮਝਣਾ। ਨੂੰਹਾਂ ਦੇ ਨਾਲ ਸਾਡਾ ਵਿਹਾਰ ਕੁਝ ਹੋਰ ਹੈ, ਧੀਆਂ ਦੇ ਨਾਲ ਹੋਰ ਹੈ, ਆਪਣਿਆਂ ਦੇ ਨਾਲ ਵਿਹਾਰ ਹੋਰ ਹੈ, ਦੂਜਿਆਂ ਦੇ ਨਾਲ ਵਿਹਾਰ ਹੋਰ ਹੈ। ਅਸੀਂ ਆਪਣੀ ਮਾਂ ਨਾਲ ਵਿਹਾਰ ਹੋਰ ਕਰਨੇ ਆ ਤੇ ਨੂੰਹ ਰਾਣੀ ਸੱਸ ਦੇ ਨਾਲ ਵਿਹਾਰ ਹੋਰ ਕਰਦੀ ਹੈ। ਇਹ ਭੈੜੀ ਮਾਤੀ ਤੇ ਹੈ, ਖੋਟੀ ਮਾਤੀ ਹੈ ਨਾ। ਕਿਸੇ ਨੂੰ ਗਾਲਾਂ ਕੱਢਣੀਆਂ, ਕਿਸੇ ਦਾ ਦਿਲ ਦੁਖਾਣਾ, ਕਿਸੇ ਦੀਆਂ ਭਾਵਨਾਵਾਂ ਦਾ ਕਤਲ ਕਰਨਾ, ਚੋਰੀਆਂ ਕਰਨੀਆਂ, ਪਾਪ ਅਪਰਾਧ ਕਰਨੇ, ਕਿਸੇ ਦੇ ਬੱਚਿਆਂ ਨੂੰ ਨਸ਼ਿਆਂ ਵਿੱਚ ਲਾ ਦੇਣਾ, ਖੋਟੀ ਮਾਤੀ ਹੈ ਨਾ।
ਤੇ ਇਹ ਖੋਟੀ ਮੱਤ ਵਾਲੇ ਜੋ ਲੋਕ ਨੇ, ਜਿਨ੍ਹਾਂ ਨੇ ਜਿਸ ਖੋਟੀ ਮੱਤ ਕਰਕੇ ਇਸ ਸਮਾਜ ਦਾ, ਸੰਸਾਰ ਦਾ ਭੈੜਾ ਹਾਲ ਹੋਇਆ ਪਿਆ ਹੈ। ਹੁਣ ਇਹ ਸਾਰੇ ਲੋਕ ਧਾਰਮਿਕ ਕਰਮ ਕਰ ਰਹੇ ਨੇ, ਪਾਠ ਪੂਜਾ ਦੇਖ ਲਓ, ਗੁਰਦੁਆਰੇ ਸਾਹਿਬਾਨ, ਮੰਦਿਰਾਂ ਮਸੀਤਾਂ ਦੇ ਵਿੱਚ ਥਾਂ ਨਹੀਂ ਬਹਿਣ ਲਈ। ਲੋਕਡਾਊਨ ਕਰਕੇ ਥੋੜਾ ਪ੍ਰੋਬਲਮ ਆਈ ਹੈ, ਨਹੀਂ ਤਾਂ ਥਾਂ ਨਹੀਂ, ਤੀਰਥਾਂ ਤੇ ਥਾਂ ਨਹੀਂ ਹੈ। ਟੈਲੀਵਿਜ਼ਨ ਤੇ, YouTube ਤੇ, Facebook ਤੇ ਲੈਕਚਰ ਹੋ ਰਹੇ ਨੇ ਧਾਰਮਿਕ, ਲੇਕਿਨ ਧਾਰਮਿਕਤਾ ਕਿਤੇ ਹੈ ਨਹੀਂ, ਕਿਉਂਕਿ ਗੱਲਾਂ ਦੇ ਨਾਲ ਖੋਟੀ ਮੱਤ ਨੇ ਖਤਮ ਹੋਣਾ ਨਹੀਂ। ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਖੋਟੀ ਮੱਤ ਨੂੰ ਖਤਮ ਕਿਵੇਂ ਕੀਤਾ ਜਾਏ, ਇਹਨੂੰ ਸਾਫ਼ ਕਿਵੇਂ ਕੀਤਾ ਜਾਏ। ਤਾਂ ਗੁਰੂ ਜੀ ਉਹਦੇ ਵਾਸਤੇ ਇੱਕ ਸਾਧਨ ਦੱਸ ਰਹੇ ਨੇ, ਭਰੀਏ ਮੱਤ ਪਾਪਾਂ ਕੇ ਸੰਗ। ਸਾਨੂੰ ਦੁਨਿਆਵੀ ਮਿਸਾਲਾਂ ਰਾਹੀਂ ਸਮਝਾਇਆ ਹੈ ਕਿ ਜਿਵੇਂ ਮਿੱਟੀ ਲੱਗ ਜਾਏ ਹੱਥ ਪੈਰਾਂ ਨੂੰ, ਉਹਨੂੰ ਪਾਣੀ ਨਾਲ ਅਸੀਂ ਧੋ ਲੈਂਦੇ ਹਾਂ। ਜੇ ਮਲ ਮੂਤਰ ਦੇ ਨਾਲ ਕੱਪੜਾ ਖਰਾਬ ਹੋ ਜਾਏ, ਉਹਨੂੰ ਅਸੀਂ ਸਾਬਣ ਲਾ ਕੇ ਧੋ ਲੈਂਦੇ ਹਾਂ। ਤੇ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਪਿਆਰਿਓ, ਜੇ ਮਨ ਬੁੱਧੀ ਪਾਪਾਂ ਵਿਕਾਰਾਂ ਦੇ ਨਾਲ, ਈਰਖਾ ਦਵੇਸ਼ ਦੇ ਨਾਲ ਲਿਬੜ ਕੇ ਗੰਦੀ ਹੋ ਜਾਏ, ਮੱਤ ਖੋਟੀ ਹੋ ਜਾਏ, ਤਾਂ ਉਹ ਧੋਪੈ ਨਾਵੇਂ ਕੈ ਰੰਗ। ਇੱਥੇ ਨਾਮ ਦਾ ਮਤਲਬ ਹੈ ਹੁਕਮ, ਰੰਗ ਦਾ ਮਤਲਬ ਹੈ ਪ੍ਰੇਮ। ਖੋਟੀ ਜਿਹੜੀ ਮੱਤ ਹੈ, ਜੇ ਉਹਨੂੰ ਧੋਣਾ ਚਾਹੁੰਦੇ ਹੋ ਤਾਂ ਉਹ ਰੱਬੀ ਹੁਕਮ ਦੇ ਨਾਲ ਪਿਆਰ ਕਰਕੇ ਧੋਤੀ ਜਾ ਸਕਦੀ ਹੈ। ਜੇ ਤੁਹਾਡੀ ਰੱਬੀ ਹੁਕਮ ਦੇ ਨਾਲ ਪ੍ਰੀਤ ਬਣ ਜਾਏ, ਸੱਚ ਦੇ ਨਾਲ ਪਿਆਰ ਬਣ ਜਾਏ, ਜੇ ਹੁਕਮ ਰਜ਼ਾਈ ਚੱਲਣਾ ਨੂੰ ਸਮਝ ਲਿਆ ਜਾਏ, ਜੇ ਸੱਚ ਦੇ ਨਾਲ ਪ੍ਰੀਤ ਬਣ ਜਾਏ, ਤਾਂ ਇਹ ਖੋਟੀ ਮੱਤ ਧੁੱਪ ਸਕਦੀ ਹੈ। ਹੁਣ ਇਹ ਸਮਝਣ ਵਾਲੀ ਗੱਲ ਹੈ ਕਿ ਇੱਥੇ ਪ੍ਰੇਮ ਦੀ ਗੱਲ ਕਹੀ ਹੈ। ਰੰਗ, ਰੰਗ ਦਾ ਮਤਲਬ ਪ੍ਰੇਮ। ਜੇ ਸੱਚ ਨਾਲ ਪਿਆਰ ਪਾਇਆ ਜਾਏ, ਜੇ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਈ ਜਾਏ, ਰੱਬੀ ਹੁਕਮ ਦੇ ਨਾਲ ਪ੍ਰੀਤ ਪਾਈ ਜਾਏ, ਉਹ ਗੁਣ ਜੋ ਅਸੀਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜ੍ਹੇ ਨੇ, ਸਮਝੇ ਨੇ, ਵਿਚਾਰੇ ਨੇ, ਜੇ ਉਹਨਾਂ ਗੁਣਾਂ ਦੇ ਨਾਲ ਸਾਡਾ ਪਿਆਰ ਹੋ ਜਾਏ, ਜਾਂ ਅਸੀਂ ਕਹਿ ਲਈਏ ਕਿ ਜੇ ਰੱਬ ਦੇ ਨਾਲ ਪਿਆਰ ਹੋ ਜਾਏ, ਤਾਂ ਫਿਰ ਮੱਤ ਬਿਲਕੁਲ ਸਾਫ਼ ਹੋ ਜਾਏਗੀ। ਜਦੋਂ ਤੁਹਾਡੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੋ ਗਿਆ, ਉਸੇ ਵੇਲੇ ਹੀ ਇਹ ਮੱਤ ਦੇ ਅੰਦਰੋਂ ਵਿਕਾਰ ਪਾਪ ਨਿਕਲ ਜਾਣਗੇ। ਇਹ ਚੀਜ਼ ਸਮਝਣ ਵਾਲੀ ਹੈ। ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਵੀ ਕੀਤਾ ਹੈ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਦੇਖੋ, ਦੁਨੀਆ ਦੇ ਅੰਦਰ ਕੋਈ ਐਸਾ ਸਾਬਣ ਹਾਲੇ ਤੱਕ ਤਿਆਰ ਨਹੀਂ ਹੋਇਆ ਜਿਹੜਾ ਸਾਬਣ ਕੱਪੜੇ ਨੂੰ ਲਾਈਏ ਤੇ ਉਹਦੀ ਮੈਲ ਕੱਢ ਦੇਵੇ ਤੇ ਸਾਬਣ ਕੱਪੜੇ ਦੇ ਵਿੱਚ ਰਹਿ ਜਾਏ ਤੇ ਦੁਬਾਰਾ ਕੱਪੜੇ ਨੂੰ ਮੈਲਾ ਨਾ ਹੋਣ ਦੇਵੇ। ਇਹੋ ਜਿਹਾ ਸਾਬਣ ਹਾਲੇ ਤਿਆਰ ਨਹੀਂ ਹੋਇਆ। ਸਾਬਣ ਕੱਪੜੇ ਨੂੰ ਲਾਈਦਾ, ਸਾਬਣ ਕੱਪੜੇ ਦੇ ਵਿੱਚੋਂ ਮੈਲ ਵੀ ਕੱਢ ਦਿੰਦਾ ਤੇ ਆਪ ਵੀ ਨਿਕਲ ਜਾਂਦਾ, ਮੈਲ ਨੂੰ ਨਾਲ ਲੈ ਕੇ ਨਿਕਲ ਜਾਂਦਾ, ਸਾਬਣ ਵਿੱਚ ਨਹੀਂ ਰਹਿੰਦਾ, ਕੱਪੜਾ ਫਿਰ ਮੈਲਾ ਹੋ ਜਾਂਦਾ। ਪਰ ਪ੍ਰਭੂ ਦਾ ਨਾਮ, ਸੱਚ ਦਾ ਪਿਆਰ, ਰੱਬ ਦੇ ਗੁਣ, ਉਹ ਇੱਕ ਐਸਾ ਸਾਬਣ ਹੈ, ਜੇ ਮਨ ਨੂੰ ਲਾ ਲਈਏ ਨਾ ਇੱਕ ਵਾਰ, ਤੇ ਉਹ ਮੈਲ ਨੂੰ ਬਾਹਰ ਕੱਢ ਦਿੰਦਾ ਤੇ ਆਪ ਅੰਦਰ ਹੀ ਰਹਿ ਜਾਂਦਾ, ਫਿਰ ਮਨ ਨੂੰ ਮੈਲਾ ਨਹੀਂ ਹੋਣ ਦਿੰਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਰਿਦ ਦਾ ਮਤਲਬ ਸੋਚ, ਮੈਂਟੈਲਿਟੀ। ਜੋ ਪ੍ਰਭੂ ਦਾ ਨਾਮ, ਨਾਮ ਦਾ ਮਤਲਬ ਗੁਣ, ਉਹਦੇ ਹੁਕਮ, ਉਹਦੀ ਰਜ਼ਾ ਪਾਣਾ, ਮੈਂਟੈਲਿਟੀ ਦੇ ਅੰਦਰ ਸਮਾ ਜਾਂਦਾ ਹੈ, ਵਸ ਜਾਂਦਾ ਹੈ। ਤੇ ਜਦੋਂ ਅੰਦਰ ਨਾਮ ਵਸ ਜਾਏ, ਮੀਨਸ ਰੱਬ ਦੇ ਗੁਣ ਵਸ ਜਾਣ, ਤਾਂ ਪਾਪ ਆਟੋਮੈਟਿਕਲੀ ਦੂਰ ਹੋ ਜਾਂਦੇ ਨੇ। ਹੁਣ ਇਹ ਚੀਜ਼ ਨੂੰ ਅਸੀਂ ਥੋੜਾ ਜਿਹਾ ਸਮਝਣਾ ਹੈ, ਜਿਸ ਕਰਕੇ ਇਹਦੇ ਤੇ ਅਮਲ ਕਰਨਾ ਸੌਖਾ ਹੋ ਜਾਏ ਔਰ ਸਾਨੂੰ ਇਹ ਸਮਝ ਆ ਜਾਏ ਕਿ ਰੱਬੀ ਗੁਣਾਂ ਨਾਲ ਪਿਆਰ ਪਾਇਆ ਜਾਂ ਰੱਬ ਨਾਲ ਪਿਆਰ ਪਾਇਆ, ਸਾਡੀ ਮੱਤ ਕਿਵੇਂ ਸਾਫ਼ ਹੋ ਜਾਏਗੀ। ਤਾਂ ਇਹ ਚੀਜ਼ ਨੂੰ ਅਸੀਂ ਥੋੜਾ ਜਿਹਾ ਸਮਝਦੇ ਹਾਂ। ਮੰਨ ਲਓ ਤੁਹਾਡਾ ਕਿਸੇ ਦੇ ਨਾਲ ਪਿਆਰ ਹੈ, ਆਪਣੇ ਭੈਣ ਨਾਲ, ਭਰਾ ਨਾਲ, ਕਿਸੇ ਰਿਸ਼ਤੇਦਾਰ ਨਾਲ ਜਾਂ ਯਾਰ ਦੋਸਤ ਨਾਲ, ਕਿਸੇ ਨਾਲ ਵੀ ਜਿਹਦੇ ਨਾਲ ਤੁਹਾਡਾ ਦਿਲੀ ਪਿਆਰ ਹੈ, ਤਾਂ ਕੀ ਤੁਸੀਂ ਉਸ ਬੰਦੇ ਦੇ ਘਰੋਂ ਚੋਰੀ ਕਰੋਗੇ? ਸਿਰ ਹਿਲਾ ਕੇ ਦੱਸ ਦੋ ਹਾਂ ਜਾਂ ਨਾ। ਨਹੀਂ ਕਰੋਗੇ ਨਾ, ਕਿਉਂਕਿ ਬੋਲ ਨਹੀਂ ਸਕਦੇ ਇੱਥੇ ਕਲਾਸ ਦੇ ਵਿੱਚ ਤੇ ਐਵੇਂ ਹੋ ਸਕਦਾ ਜਾਂ ਐਵੇਂ ਹੋ ਸਕਦਾ। ਚੋਰੀ ਨਹੀਂ ਕਰੋਗੇ ਨਾ ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ। ਜਿਹਦੇ ਨਾਲ ਤੁਹਾਡਾ ਪਿਆਰ ਹੋਏਗਾ, ਕੀ ਉਸ ਤੇ ਕਿਸੇ ਬੱਚੇ ਦਾ ਰਿਸ਼ਤਾ ਹੁੰਦਾ ਹੋਇਆ ਛਡਾਓਗੇ? ਕੀ ਤੁਸੀਂ ਉਹਦੇ ਨਾਲ ਈਰਖਾ ਦਵੇਸ਼ ਕਰੋਗੇ, ਉਹਦਾ ਕੋਈ ਨੁਕਸਾਨ ਕਰੋਗੇ?
ਉਹਦੇ ਨਾਲ ਵੈਰ ਪਾਓਗੇ? ਨਹੀਂ ਪਾਓਗੇ ਨਾ। ਤੇ ਜੇ ਰੱਬ ਦੇ ਨਾਲ ਸਾਡਾ ਪਿਆਰ ਹੋ ਜਾਏ ਤਾਂ ਕੀ ਤੁਸੀਂ ਰੱਬ ਦੀਆਂ ਲੱਤਾਂ ਤੋੜੋਗੇ? ਨਹੀਂ। ਰੱਬ ਨਾਲ ਈਰਖਾ ਕਰੋਗੇ? ਰੱਬ ਨੂੰ ਘਰੋਂ ਕੱਢੋਗੇ ਵੀ ਤੈਨੂੰ ਅਸੀਂ ਘਰ ਨਹੀਂ ਵੜਨ ਦੇਣਾ? ਨਹੀਂ ਨਾ। ਯਾਨੀ ਜਿਹਦੇ ਨਾਲ ਸਾਡਾ ਪਿਆਰ ਹੁੰਦਾ ਹੈ ਉਹਦੇ ਨਾਲ ਅਸੀਂ ਉਹਦਾ ਕੋਈ ਨੁਕਸਾਨ ਨਹੀਂ ਕਰਦੇ, ਉਹਦੇ ਨਾਲ ਈਰਖਾ ਦਵੇਸ਼ ਨਹੀਂ ਕਰਦੇ, ਉਹਦੀਆਂ ਲੱਤਾਂ ਬਾਹਾਂ ਨਹੀਂ ਤੋੜਦੇ, ਸਗੋਂ ਉਹਦੇ ਹੁੰਦੇ ਹੋਏ ਨੁਕਸਾਨ ਨੂੰ ਬਚਾਉਂਦੇ ਆ। ਹੁਣ ਜੇ ਸਾਡਾ ਰੱਬ ਨਾਲ ਪਿਆਰ ਹੋ ਜਾਏ ਤਾਂ ਸਾਰੇ ਔਗਣ ਨਾਲ ਦੇ ਨਾਲ ਸਾਫ਼ ਹੋ ਜਾਣਗੇ, ਕਿਉਂਕਿ ਸਾਡਾ ਰੱਬ ਨਾਲ ਪਿਆਰ ਹੈ ਨਹੀਂ। ਅਸੀਂ ਕਹਿੰਦੇ ਆ ਪਰ ਹੈ ਨਹੀਂ, ਕਿਉਂਕਿ ਅਸੀਂ ਰੱਬ ਨੂੰ ਸਮਝਿਆ ਨਹੀਂ। ਸਾਨੂੰ ਗਲਤ ਸਮਝਾਇਆ ਗਿਆ ਰੱਬ ਬਾਰੇ। ਇਹ ਸਮਝਾਇਆ ਗਿਆ ਕਿ ਰੱਬ ਉੱਤੇ ਬੈਠਾ ਹੈ। ਹੁਣ ਉੱਤੇ ਬੈਠਾ ਨਾ ਉਹ ਥੱਲੇ ਉਤਰੇ ਤੇ ਨਾ ਉਹ ਫਿਰ ਉਹਦੇ ਨਾਲ ਅਸੀਂ ਪਿਆਰ ਕਰੀਏ। ਪਰ ਗੁਰੂ ਨਾਨਕ ਦੇਵ ਜੀ ਸਾਨੂੰ ਕਹਿ ਰਹੇ ਨੇ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਘਟ ਘਟ ਮੈਂ ਹਰਜੂ ਬਸੈ, ਸਭ ਮੈਂ ਜੋਤ ਜੋਤ ਹੈ ਸੋਏ, ਜੋ ਦੀਸੈ ਸੋ ਤੇਰਾ ਰੂਪ, ਜੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ ਤੁਮਹਾਰੇ। ਤੇ ਜਿੰਨੀਆਂ ਵੀ ਆ ਮਾਨਯੋਗ ਔਰਤਾਂ ਨੇ, ਜਿੰਨੇ ਵੀ ਆ ਮਾਨਯੋਗ ਪੁਰਸ਼ ਨੇ, हे ਪ੍ਰਭੂ ਇਹ ਤੇਰਾ ਰੂਪ ਨੇ। ਆਦਿਸਦਾ ਹੋਇਆ ਸੰਸਾਰ ਤੇਰਾ ਹੀ ਰੂਪ ਹੈ। ਤੇ ਜੇ ਉਸ ਰੱਬ ਦੇ ਨਾਲ ਸਾਡਾ ਬਣ ਜਾਏ ਪਿਆਰ, ਕਿ ਰੱਬ ਤੁਹਾਡੇ ਸਾਰਿਆਂ ਦੇ ਵਿੱਚ ਬੈਠਾ ਹੈ, ਫਿਰ ਹੁਣ ਮੈਂ ਕਿਹਦੇ ਨਾਲ ਲੜਾਂ? ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। हे ਮਾਲਕ, ਤੂੰ ਹੀ ਮੇਰਾ ਮਾਂ-ਬਾਪ, ਭੈਣ ਭਰਾ ਹੈ। ਯਾਨੀ ਮੇਰੇ ਮਾਤਾ ਦੇ ਵਿੱਚ ਵੀ, ਪਿਤਾ ਦੇ ਵਿੱਚ ਵੀ, ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਵਿੱਚ ਤੇ ਤੂੰ ਵਸਣਾ ਹੈ। ਤੇ ਫਿਰ ਕਿਸੇ ਦੀ ਪ੍ਰੋਪਰਟੀ ਦਬਾਓਗੇ? ਕਿਸੇ ਦਾ ਰਿਸ਼ਤਾ ਛਡਾਓਗੇ? ਕਿਸੇ ਨਾਲ ਈਰਖਾ ਕਰੋਗੇ? ਕੀ ਸੀਮਾਵਾਂ ਦੇ ਉੱਤੇ ਕੋਈ ਕਿਸੇ ਨੂੰ ਮਾਰੇਗਾ? ਨਹੀਂ ਨਾ। ਹੁਣ ਅਸੀਂ ਕਿਉਂ ਲੜ ਰਹੇ ਹਾਂ? ਕਿਉਂਕਿ ਸਾਡਾ ਪਿਆਰ ਹੀ ਨਹੀਂ ਰੱਬ ਦੇ ਨਾਲ। ਧਰਮ ਨਾਲ ਸਾਡਾ ਪਿਆਰ ਹੈ ਨਹੀਂ। ਬਾਹਰੀ ਤੌਰ ਤੇ ਅਸੀਂ ਧਰਮ ਨੂੰ ਅਪਣਾਇਆ ਹੈ, ਗੱਲਾਂ ਬਾਤਾਂ ਨਾਲ ਅਪਣਾਇਆ ਹੈ। ਲੋਕਾਂ ਨੇ ਧਾਰਮਿਕ ਜਿਹੜੇ ਨੇ ਚਿੰਨ੍ਹ ਪਾਏ ਹੋਏ ਨੇ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁ ਗਿਣਤੀ ਵਿੱਚ ਇਸ ਦੁਨੀਆ ਦੇ ਅੰਦਰ ਰੱਬ ਨਾਲ ਪ੍ਰੇਮ ਨਹੀਂ ਹੈ, ਧੋਖਾ ਹੈ, ਭਰਮ ਪਾਲਿਆ ਹੋਇਆ ਹੈ। ਅਸੀਂ ਵਿਖਾਵਾ ਕਰ ਰਹੇ ਹਾਂ, ਅਸੀਂ ਪਖੰਡ ਕਰ ਰਹੇ ਹਾਂ ਧਾਰਮਿਕ ਹੋਣ ਦਾ। ਬਹੁਤੇ ਜੋ ਲੋਕ ਨੇ ਮੱਥਾ ਟੇਕ ਆਏ, ਕੁਛ ਚੜਾਵਾ ਚੜਾਏ ਧਰਮ ਸਥਾਨਾਂ ਵਿੱਚ, ਜੋ ਵੀ ਕਿਸੇ ਦਾ ਧਰਮ ਅਨੁਸਾਰ ਹੈ ਉਹਨੂੰ ਧਰਮ ਸਮਝ ਲਿਆ, ਲੇਕਿਨ ਮੱਤ ਮੈਲੀ, ਮੱਤ ਦੇ ਅੰਦਰ ਪ੍ਰੇਮ ਨਹੀਂ ਹੈ। ਜੇ ਸੱਚ ਦੀ ਪ੍ਰੀਤ ਅੰਦਰ ਬਣ ਜਾਏ, ਸੱਚ ਅੰਦਰ ਟਿਕ ਜਾਏ, ਤਾਂ ਸੱਚ ਦੇ ਨਾਲ ਪਿਆਰ ਬਣਦੇ ਸਾਰ ਸਾਰੇ ਔਗਣ ਖਤਮ ਹੋ ਜਾਣਗੇ। ਕਿਉਂਕਿ ਚੋਰੀ ਕਰਨ ਲਈ ਸਾਨੂੰ ਝੂਠ ਬੋਲਣਾ ਪੈਣਾ ਹੈ, ਵਿਵਚਾਰ ਕਰਨ ਲਈ ਝੂਠ ਬੋਲਣਾ ਪੈਣਾ ਹੈ, ਪਤਨੀ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, ਪਤੀ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, ਭੈਣਾਂ ਭਰਾਵਾਂ ਨੂੰ ਧੋਖਾ ਦੇਣ ਲਈ ਝੂਠ ਬੋਲਣਾ ਪੈਣਾ ਹੈ, 2 ਨੰਬਰ ਦੇ ਧੰਦੇ ਕਰਨ ਵਾਸਤੇ ਝੂਠ ਬੋਲਣਾ ਪੈਣਾ ਹੈ। ਜਿੱਥੇ ਸੱਚ ਹੋਏਗਾ ਉੱਥੇ ਕੋਈ ਵਿਕਾਰ ਹੋਣਾ ਹੀ ਨਹੀਂ। ਇਸ ਲਈ ਇਹਨਾਂ ਗੁਣਾਂ ਦੇ ਨਾਲ ਪਿਆਰ ਪਾਣਾ ਹੈ, ਰੱਬ ਦੇ ਨਾਲ ਪਿਆਰ ਪਾਣਾ, ਰੱਬੀ ਹੁਕਮ ਦੇ ਨਾਲ ਪਿਆਰ ਪਾਣਾ। ਫਿਰ ਮੱਤ ਦੇ ਅੰਦਰੋਂ ਆਣਗੇ। ਇਹ ਗੱਲ ਸਮਝ ਆ ਗਈ ਜੀ ਸਾਰਿਆਂ ਨੂੰ? ਹੋ ਸਕਦਾ ਨਾ ਐਸਾ? ਕਿੰਨਾ ਸੌਖਾ ਕੰਮ ਹੈ, ਕਿੰਨਾ ਆਸਾਨ ਕੰਮ ਹੈ। ਦੇਖੋ ਨਾ ਤੇ ਹੁਣ ਇਸ ਸਮਾਜ ਨੂੰ ਬਦਲਣ ਵਾਸਤੇ ਇਸ ਪੌੜੀ ਦੇ ਅੰਦਰ ਕਿਤੇ ਵੀ ਨਹੀਂ ਕਿ ਤੁਸੀਂ ਮਾਲਾ ਫੇਰੋਗੇ ਤਾਂ ਤੁਹਾਡੀ ਮੱਤ ਟੁੱਟੇਗੀ। ਨਾ ਇੱਥੇ ਤੀਰਥਾਂ ਦਾ ਜ਼ਿਕਰ ਹੈ, ਨਾ ਇੱਥੇ ਇਹ ਵੀ ਇੰਨੇ ਪਾਠ ਕਰੋਗੇ ਜਾਂ ਕਰਾਓਗੇ ਤਾਂ ਤੁਹਾਡੀ ਮੱਤ ਟੁੱਟੇਗੀ। ਨਾ ਇੱਥੇ ਇਹ ਹੈ ਕਿ ਤੁਸੀਂ ਦਸਮ ਦੁਆਰ ਵਿੱਚ ਪ੍ਰਾਣ ਚੜਾਓਗੇ ਤਾਂ ਤੁਸੀਂ ਰੱਬ ਨੂੰ ਮਿਲੋਗੇ, ਪੁੱਠੇ ਸਿੱਧੇ ਸਾਹ ਲਓਗੇ ਤਾਂ ਰੱਬ ਨੂੰ ਮਿਲੋਗੇ, ਭੋਰਿਆਂ ਦੇ ਵਿੱਚ ਵੜੋਗੇ ਤਾਂ ਮਿਲੋਗੇ। ਹੈ ਕੋਈ ਗੱਲ ਇੱਥੇ ਨਹੀਂ ਨਾ ਹੈ। ਸਿਰਫ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਨਾਮ ਦਾ ਮਤਲਬ ਹੈ ਹੁਕਮ, ਨਾਮ ਦਾ ਮਤਲਬ ਸੱਚ, ਨਾਮ ਦਾ ਮਤਲਬ ਰੱਬ ਦੇ ਗੁਣ, ਤੇ ਰੰਗ ਦਾ ਮਤਲਬ ਪ੍ਰੇਮ। ਗੁਣਾਂ ਦੇ ਨਾਲ ਪਿਆਰ ਪਾ ਲਓ, ਮੱਤ ਧੁੱਪ ਜਾਏਗੀ। ਹੁਣ ਕਿਵੇਂ ਧੁੱਪ ਜਾਏਗੀ? ਜੇ ਸੱਚ ਨਾਲ ਪਿਆਰ ਹੈ ਤਾਂ ਝੂਠ ਅੰਦਰ ਨਹੀਂ ਰਹੇਗਾ, ਦਇਆ ਨਾਲ ਪਿਆਰ ਹੈ ਤੇ ਉੱਥੇ ਕੁਦਇਆ ਨਹੀਂ ਰਹੇਗੀ, ਜੇ ਅੰਦਰ ਪ੍ਰੇਮ ਦੀ ਭਾਵਨਾ ਹੈ ਤੇ ਉੱਥੇ ਗੁੱਸਾ ਨਹੀਂ ਰਹੇਗਾ, ਜੇ ਅੰਦਰ ਸੰਤੋਖ ਨਾਲ ਪਿਆਰ ਹੈ ਤਾਂ ਲੋਭ ਨਹੀਂ ਰਹੇਗਾ, ਨਿਮਰਤਾ ਦੇ ਨਾਲ ਪਿਆਰ ਹੈ ਤੇ ਉੱਥੋਂ ਹੰਕਾਰ ਖਤਮ ਹੋ ਜਾਏਗਾ, ਤਾਂ ਸਾਰਾ ਕੁਝ ਖਤਮ ਹੋ ਜਾਏਗਾ ਨਾ ਅੰਦਰੋਂ। ਨਸ ਵੰਝੋ ਕਿਲ ਵਿਖੋ,
ਕਰਤਾ ਕਰ ਆਇਆ, हे ਪਾਪੋ ਤੇ ਵਿਕਾਰੋ ਨਸ ਜਾਓ ਮੇਰੀ ਮੱਤ ਚੋਂ। ਇਸ ਮੱਤ ਦਾ ਕਰਤਾ ਜਿਹੜਾ ਹੈ ਰੱਬ ਆਪ ਇਸ ਸਿਰ ਦੇ ਘਰ ਦੇ ਵਿੱਚ ਆ ਗਿਆ ਹੈ। ਪਰ ਚੱਕਰ ਇਹ ਹੈ ਕਿ ਅਸੀਂ ਇਸ ਐਂਗਲ ਤੋਂ ਬਾਣੀ ਨੂੰ ਵਿਚਾਰਨ ਦਾ ਯਤਨ ਨਹੀਂ ਕੀਤਾ। ਸਾਡੇ ਦਿਮਾਗ ਵਿੱਚ ਇਹ ਚੀਜ਼ਾਂ ਕੁੱਟ ਕੇ ਭਰ ਦਿੱਤੀਆਂ ਕਿ ਤੁਹਾਡੇ ਤੋਂ ਬਾਣੀ ਸਮਝੀ ਨਹੀਂ ਜਾਣੀ, ਅਰਥ ਸਮਝ ਨਹੀਂ ਆਉਣੇ, ਪਾਠ ਤੁਹਾਡੇ ਤੋਂ ਹੋਣਾ ਨਹੀਂ, ਆਮ ਬੰਦਾ ਨਹੀਂ ਪੜ ਸਕਦਾ ਤੇ ਚੋਲਿਆਂ ਵਾਲਾ ਬਾਬਾ ਹੀ ਕੋਈ ਸਮਝ ਸਕਦਾ, ਉਹ ਹੀ ਪੜ ਸਕਦਾ। ਤੇ ਅਸੀਂ ਆਪ ਬਾਣੀ ਪੜ੍ਹਨੀ ਛੱਡ ਦਿੱਤੀ, ਵਿਚਾਰਨੀ ਛੱਡ ਦਿੱਤੀ। ਦੇਖੋ ਹੁਣ ਕਲਾਸ ਦੇ ਵਿੱਚ ਕਿਵੇਂ ਆਨੰਦ ਬਣਿਆ ਨਾ, ਇੱਕ ਦੂਜੇ ਦੇ ਨਾਲ ਤੁਸੀਂ ਹਾਸਾ ਮਜ਼ਾਕ ਵੀ ਕਰਦੇ ਤੇ ਨਾਲ ਬਾਣੀ ਦੀ ਵਿਚਾਰ ਵੀ, ਕਿੰਨਾ ਆਨੰਦ ਬਣਿਆ ਹੋਇਆ ਹੈ। ਅਗਲਾ ਬਚਨ ਕਰਦੇ ਨੇ, ਪੁੰਨੀ ਪਾਪੀ ਆਖਣ ਨਾਹੇ। ਇਹਨੂੰ ਐਵੇਂ ਪੜ੍ਹਨਾ, ਪੁੰਨੀ ਪਾਪੀ ਆਖਣ ਨਾਹੇ। ਆਖਣ ਨਾਹੇ ਦਾ ਮਤਲਬ ਸਿਰਫ ਕਹਿਣ ਵਾਸਤੇ ਨਹੀਂ ਹੈ ਕਿ ਇਹ ਬੰਦਾ ਪੁੰਨੀ ਹੈ ਤੇ ਇਹ ਬੰਦਾ ਪਾਪੀ ਹੈ, ਤੇ ਨਾ ਕਹਿਣ ਦੇ ਨਾਲ ਕੋਈ ਪੁੰਨੀ ਔਰ ਪਾਪੀ ਬਣ ਜਾਂਦਾ। ਮੰਨ ਲਓ ਮੈਂ ਚੰਗੇ ਕੰਮ ਕਰਦਾ ਹਾਂ, ਸੱਚੇ ਰਾਹ ਤੇ ਚੱਲਦਾ ਹਾਂ, ਤੇ ਮੈਨੂੰ ਤੁਸੀਂ ਪਾਪੀ ਕਹੀ ਵੀ ਜਾਓ ਤੇ ਕਹਿਣ ਨਾਲ ਕੀ ਫਰਕ ਪਵੇਗਾ? ਜਦੋਂ ਮੈਂ ਕੰਮ ਕਰ ਹੀ ਚੰਗੇ ਰਿਹਾ ਤੇ ਪਾਪੀ ਕਹੀ ਜਾਓ, ਤੁਹਾਡੇ ਕਹਿਣ ਨਾਲ ਮੈਂ ਪਾਪੀ ਨਹੀਂ ਬਣ ਜਾਣਾ। ਤੇ ਜੇ ਮੈਂ ਮਾੜੇ ਕਰਮ ਕਰਦਾ ਹਾਂ ਤੇ ਤੁਸੀਂ ਮੈਨੂੰ ਧਰਮੀ ਕਹੀ ਜਾਓ ਕਿ ਬੜਾ ਧਰਮੀ ਹੈ, ਸੰਤ ਹੈ, ਫਲਾਣਾ ਹੈ, ਤਾਂ ਉਹਦੇ ਨਾਲ ਮੈਂ ਕੋਈ ਧਰਮੀ ਨਹੀਂ ਬਣ ਚੱਲਿਆ, ਕਿਉਂਕਿ ਮੈਂ ਜੋ ਕਰਮ ਕਰ ਰਿਹਾ ਹਾਂ ਉਹ ਮੈਨੂੰ ਪਤਾ ਹੈ। ਕਿਸੇ ਦੇ ਕਹਿਣ ਦੇ ਨਾਲ, ਸਿਰਫ ਕਹਿਣ ਦੇ ਨਾਲ ਨਾ ਕੋਈ ਧਰਮੀ ਹੋ ਜਾਂਦਾ ਹੈ, ਨਾ ਹੀ ਕੋਈ ਪਾਪੀ ਹੋ ਜਾਂਦਾ ਹੈ, ਪਹਿਲੀ ਗੱਲ। ਤੇ ਦੂਜੀ ਗੱਲ, ਅਸਲੀ ਜੋ ਅਰਥ ਇਹ ਹੈ ਕਿ ਪੁੰਨੀ ਪਾਪੀ ਆਖਣ ਨਾਹੇ, ਇਹ ਸਿਰਫ ਕਹਿਣ ਦੀਆਂ ਗੱਲਾਂ ਹੀ ਨਹੀਂ ਕਿ ਇਹ ਪੁੰਨੀ ਹੈ ਔਰ ਪਾਪੀ ਹੈ, ਇਹ ਅਸਲੀਅਤ ਹੈ। ਗੁਰੂ ਜੀ ਕਹਿੰਦੇ ਨੇ, ਕਰ ਕਰ ਕਰਨਾ ਲਿਖ ਲੈ ਜਾਹੋ। ਕਰ ਕਰ ਦਾ ਮਤਲਬ ਕਰ ਕਰਕੇ, ਕਰਨਾ ਦਾ ਮਤਲਬ ਜੋ ਕਰ ਰਹੇ ਹੋ, ਜਿਹੜੇ ਕਰਮ ਕਰ ਰਹੇ ਹੋ ਇਹ ਲਿਖ ਕੇ ਨਾਲ ਲੈ ਜਾਓਗੇ। ਨਾਲ ਲੈ ਜਾਓਗੇ ਦਾ ਮਤਲਬ ਤੁਹਾਡੇ ਨਾਲ ਹੀ ਚੱਲਣਗੇ। ਜਿਹੜੇ ਹੁਣ ਕਰਮ ਕੀਤੇ ਨੇ ਤੁਹਾਡੇ ਨਾਲ ਚੱਲ ਰਹੇ ਨੇ, ਚੱਲਦੇ ਰਹਿਣਗੇ। ਔਰ ਉਹ ਲਿਖਣਾ ਕੀ ਹੈ, ਇਹ ਚੀਜ਼ ਬਹੁਤ ਸਮਝਣ ਵਾਲੀ ਹੈ। ਜਿਵੇਂ ਸਾਨੂੰ ਕਿਹਾ ਜਾਂਦਾ ਨਾ ਕਿ ਪਿੱਛੋਂ ਕਰਮ ਲਿਖੇ ਹੋਏ ਆ ਰਹੇ ਨੇ, ਚੰਗੇ ਔਰ ਮਾੜੇ ਕਰਮ, ਤੇ ਜੇ ਤੇ ਪਿੱਛੋਂ ਹੀ ਲਿਖੇ ਆ ਰਹੇ ਨੇ ਤਾਂ ਫਿਰ ਤਾਂ ਲੋੜ ਹੀ ਨਹੀਂ ਹੈਗੇ, ਫਿਰ ਤੇ ਬਦਲ ਹੀ ਨਹੀਂ ਸਕਦੇ। ਰੱਬ ਦੇ ਕਰਨੇ ਨੂੰ ਕਿਵੇਂ ਬਦਲੋਗੇ? ਲੇਖ ਨਾ ਮਿਟੇ ਹੈ ਸਖੀ, ਜੇ ਮਿਟ ਹੀ ਨਹੀਂ ਸਕਦਾ ਤੇ ਫਿਰ ਯਤਨ ਕਰਨ ਦੀ ਕੀ ਲੋੜ? ਲੇਖ ਨੂੰ ਜੇ ਅਸੀਂ ਇਸ ਤਰ੍ਹਾਂ ਐਕਸਪਲੇਨ ਕਰਾਂਗੇ ਤੇ ਫਿਰ ਤੇ ਲੋੜ ਹੀ ਨਹੀਂ ਹੈ, ਕਿਉਂਕਿ ਮਿਟ ਹੀ ਨਹੀਂ ਸਕਦਾ। ਫਿਰ ਤੇ ਮੇਰੇ ਕਰਮਾਂ ਵਿੱਚ ਜੇ ਪਾਪ ਲਿਖੇ ਨੇ ਮੈਂ ਪਾਪ ਹੀ ਕਰਾਂਗਾ, ਕਤਲ ਹੀ ਕਰਾਂਗਾ। ਜਿਹਦੇ ਕਰਮਾਂ ਚੰਗੇ ਲਿਖੇ ਨੂੰ ਚੰਗਾ ਹੀ ਕਰੇਗਾ, ਫਿਰ ਤਾਂ ਸਾਡਾ ਕੋਈ ਰੋਲ ਹੀ ਨਹੀਂ ਹੈ ਨਾ ਜ਼ਿੰਦਗੀ 'ਚ। ਇਹ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਜੋ ਅਸੀਂ ਇਸ ਤਰ੍ਹਾਂ ਕਰ ਕਰ ਕਰਨਾ ਲਿਖ ਲੈ ਜਾਓ। ਜੋ ਤੁਸੀਂ ਕਰਦੇ ਹੋ, ਜੋ ਤੁਸੀਂ ਸੋਚਦੇ ਹੋ, ਉਹ ਲਿਖਿਆ ਜਾ ਰਿਹਾ ਹੈ, ਤੇ ਲਿਖਿਆ ਪੈਨ ਔਰ ਕਾਪੀ ਨਾਲ ਨਹੀਂ ਜਾ ਰਿਹਾ। ਸਾਡੇ ਅੰਦਰ ਸੰਸਕਾਰ ਪੈਦਾ ਹੋ ਰਹੇ ਨੇ। ਜਦੋਂ ਅਸੀਂ ਕੋਈ ਕਲਪਨਾ ਕਰਦੇ ਹਾਂ ਨਾ, ਉਹ ਕਲਪਨਾ ਹੀ ਸਾਡਾ ਵਿਚਾਰ ਬਣਦੀ ਹੈ। ਜਦੋਂ ਉਸ ਵਿਚਾਰ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ ਤਾਂ ਉਹ ਸਾਡੀ ਆਦਤ ਬਣ ਜਾਂਦੀ ਹੈ। ਫਿਰ ਉਹਨਾਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੁੰਦਾ ਹੈ। ਆਦਤਾਂ ਫਿਰ ਪੱਕੀਆਂ ਹੋ ਜਾਂਦੀਆਂ, ਸੁਭਾਅ ਬਣ ਜਾਂਦਾ ਹੈ, ਆਦਤ ਬਣ ਜਾਂਦੀ ਹੈ, ਤੇ ਉਸੇ ਨੂੰ ਕਿਸਮਤ ਤੇ ਲੇਖ ਕਿਹਾ ਜਾਂਦਾ ਹੈ। ਉਹ ਅਸੀਂ ਆਪ ਲਿਖਿਆ। ਫਿਰ ਉਸ ਆਦਤਾਂ ਨੇ, ਸਾਡੇ ਸੁਭਾਅ ਨੇ ਸਾਡੇ ਨਾਲ ਹੀ ਚੱਲਣਾ, ਜਿੱਥੇ ਵੀ ਜਾਓਗੇ ਨਾਲ ਲੈ ਜਾਓਗੇ। ਹੁਣ ਤੁਸੀਂ ਦੇਖੋ, ਕੋਈ ਤੁਹਾਡੇ ਵਿੱਚੋਂ ਅਮਰੀਕਾ ਆ ਗਿਆ, ਕੋਈ ਇੰਗਲੈਂਡ ਆ ਗਿਆ, ਕੋਈ ਕੈਨੇਡਾ ਆ ਗਿਆ ਇੰਡੀਆ ਛੱਡ ਕੇ, ਤੇ ਕੀ ਤੁਸੀਂ ਆਪਣਾ ਆਪਣਾ ਸੁਭਾਅ ਉੱਥੇ ਛੱਡ ਆਏ ਹੋ? ਸੁਭਾਅ ਤੇ ਨਾਲ ਹੀ ਲੈ ਕੇ ਆਏ ਨਾ। 5-4 ਸਾਲ ਦੀ ਗੱਲ ਹੈ, ਮੈਂ ਇੰਡੀਆ ਤੋਂ ਆਇਆ ਹੀ ਸਾਂ ਹਾਲੇ, ਤੇ ਦੂਜੇ ਦਿਨ ਮੇਰੇ ਬੇਟੇ ਨੇ ਕੀਤਾ ਫੋਨ, ਕਹਿਣ ਲੱਗਾ ਡੈਡੀ ਕਿੱਥੇ ਹੋ? ਮੈਂ ਕਿਹਾ ਬੇਟੇ ਮੈਂ ਸਟੋਰ ਵਿੱਚ ਆਇਆ ਵਾਂ ਜੁੱਤੀ ਲੈਣ ਲਈ। ਕਹਿੰਦਾ ਹਾਲੇ ਕੱਲ ਤੇ ਨਵੀਂ ਲੈ ਕੇ ਗਏ ਹੋ। ਮੈਂ ਕਿਹਾ ਬੇਟੇ ਮੇਰੀ ਜੁੱਤੀ ਨਾ ਗੁਰਦੁਆਰਿਓਂ ਚੁੱਕੀ ਗਈ ਹੈ, ਕਿਸੇ ਨੇ ਜੁੱਤੀ ਚੁੱਕ ਲਈ। ਤੇ ਬੇਟਾ ਕਹਿੰਦਾ ਹੈ? ਮੈਂ ਕਿਹਾ ਬੇਟੇ ਮੇਰੀ ਜੁੱਤੀ ਚੁੱਕ ਲਈ ਹੈ ਕਿਸੇ ਨੇ। ਕਹਿੰਦਾ ਹੈ? ਉਹ ਮੈਂ ਕਿਹਾ ਮੈਂ ਬੇਟੇ ਹੋਸ਼ ਹਵਾਸ ਵਿੱਚ ਹਾਂ। ਕਹਿੰਦਾ ਡੈਡੀ ਕੀ ਕਹਿ ਰਹੇ ਹੋ? ਮੈਂ ਕਿਹਾ ਬੇਟੇ ਮੈਂ ਕਹਿ ਰਿਹਾ ਮੇਰੀ ਜੁੱਤੀ ਚੁੱਕੀ ਗਈ ਹੈ, ਮੈਂ ਕਮਲਾ ਨਹੀਂ ਹੋਇਆ, ਮੈਂ ਹੋਸ਼ ਹਵਾਸ ਵਿੱਚ ਹਾਂ, ਮੇਰੀ ਜੁੱਤੀ ਗੁਰਦੁਆਰਿਓਂ ਚੁੱਕੀ ਗਈ। ਤੇ ਮੁੰਡਾ ਮੇਰਾ ਹੱਸੀ ਜਾਏ, ਕਹਿੰਦਾ ਇੰਗਲੈਂਡ ਵੀ ਲੋਕੀ ਜੁੱਤੀਆਂ ਚੁੱਕਦੇ ਨੇ। ਤੇ ਮੈਂ ਕਿਹਾ ਚਾਚੇ ਤਾਏ ਤੇ ਤੇਰੇ ਹੀ ਗਏ ਨੇ ਨਾ, ਇੰਡੀਆ ਤੋਂ ਹੀ ਗਏ ਨੇ, ਉੱਥੇ ਮੱਤ ਥੋੜੀ ਛੱਡ ਹੈ, ਸੁਭਾਅ ਥੋੜੀ ਛੱਡ ਹੈ।
ਤਾਂ ਜਿੱਥੇ ਬੰਦਾ ਜਾਏਗਾ ਸੁਭਾਅ ਨਾਲ ਲੈ ਕੇ ਜਾਏਗਾ ਨਾ। ਤਾਂ ਜਿੰਨੇ ਵੀ ਸੰਤ ਸਾਧ ਵਗੈਰਾ ਨੇ, ਗੁਰੂ ਜੀ ਨੇ ਇਹਨਾਂ ਵਾਸਤੇ ਬਚਨ ਕੀਤਾ ਹੈ, ਕਹਿਣ ਲੱਗੇ ਕਮਲਿਓ ਤੁਸੀਂ ਘਰ ਛੱਡ ਆਏ ਹੋ, ਜੰਗਲਾਂ ਵਿੱਚ ਆ ਗਏ, ਵਿਦੇਸ਼ਾਂ ਵਿੱਚ ਆ ਗਏ, ਤੇ ਜਿਹੜਾ ਸੁਭਾਅ ਸੀ ਉਹ ਤੇ ਨਾਲ ਲਈ ਫਿਰਦੇ ਹੋ। ਦੇਸ਼ ਛੋੜ ਪਰਦੇਸੈਂ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ, ਕਾਨ ਫਰਾਏ ਹਿਰਾਏ ਟੂਕਾ ਕੰਨ ਪੜਵਾ ਲੈਨੇ, ਸਿਰ ਵਿੱਚ ਸੁਆਹ ਪਾਈ ਫਿਰਦੇ ਤੇ ਘਰ ਘਰ ਵਿੱਚ ਮੰਗਦਾ ਫਿਰਨਾ। ਬਨਤਾ ਛੋੜ, ਆਪਣੀ ਘਰ ਵਾਲੀ ਛੱਡ ਆਏ ਤੂੰ, ਵਿਆਹ ਨਹੀਂ ਕਰਾਇਆ, ਬਦ ਨਦਰ ਪਰ ਨਾਰੀ, ਤੇ ਹੁਣ ਦੂਜਿਆਂ ਦੀਆਂ ਔਰਤਾਂ ਦਾ ਧਿਆਨ ਰੱਖੀ ਫਿਰਨਾ, ਤੇ ਛੱਡ ਕੇ ਕੀ ਆਇਆ, ਤਿਆਗ ਕਾਹਦਾ ਕੀਤਾ, ਸੁਆਹ ਦਾ, ਕੱਟੇ ਮਿੱਟੀ ਦਾ। ਯਾਨੀ ਜਿੱਥੇ ਜਾਏਗਾ ਬੰਦਾ ਸੁਭਾਅ ਨਾਲ ਲੈ ਜਾਏਗਾ ਨਾ, ਤੇ ਸੁਭਾਅ ਦਾ ਹੀ ਸਿਆਪਾ ਹੈ ਸਾਰਾ। ਇੰਡੀਆ ਸਾਡੇ ਕਈ ਸੱਜਣ ਸੀ, ਕਈ ਦੁਸ਼ਮਣ ਸੀ, ਕਈਆਂ ਨਾਲ ਸਾਡੀ ਬੜੀ ਬਣਦੀ ਸੀ, ਕਈ ਸਾਡੇ ਵਿਰੋਧੀ ਸੀ, ਹੈ ਸੀ ਨਾ ਭੈਣੋ ਵੀਰੋ ਇਸ ਤਰ੍ਹਾਂ। ਤੇ ਇੱਥੇ ਇੰਗਲੈਂਡ ਆਣ ਕੇ ਵੀ ਕਈਆਂ ਨਾਲ ਸਾਡੀ ਬੜੀ ਬਣਦੀ, ਕਈਆਂ ਨਾਲ ਸਾਡੀ ਨਹੀਂ ਬਣਦੀ। ਕਾਰਨ ਕਿਉਂਕਿ ਜੋ ਸਾਡੇ ਸੁਭਾਅ ਨਾਲ ਇੰਡੀਆ ਮਿਲਦੇ ਸਨ ਉਹਨਾਂ ਨਾਲ ਪ੍ਰੇਮ ਸੀ, ਜਿਹੜੇ ਸੁਭਾਅ ਸਾਡਾ ਨਹੀਂ ਸੀ ਮਿਲਦਾ ਵਿਰੋਧੀ ਸਨ। ਇੰਗਲੈਂਡ ਵੀ ਜਿਨ੍ਹਾਂ ਨਾਲ ਸੁਭਾਅ ਮਿਲਦਾ ਉਹ ਸਾਡੇ ਯਾਰ ਦੋਸਤ ਨੇ, ਜਿਨ੍ਹਾਂ ਨਾਲ ਸੁਭਾਅ ਨਹੀਂ ਮਿਲਦਾ ਉਹ ਦੁਸ਼ਮਣ ਬਣ ਗਏ। ਜਿੱਥੇ ਵੀ ਬੰਦਾ ਜਾਏਗਾ ਉੱਥੇ ਹੀ ਐਵੇਂ ਹੀ ਕਰੇਗਾ, ਕਿਉਂਕਿ ਸੁਭਾਅ ਨਹੀਂ ਬਦਲਿਆ, ਲੋੜ ਤੇ ਮੱਤ ਨੂੰ ਬਦਲਣ ਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੁੰਨੀ ਔਰ ਪਾਪੀ ਸਿਰਫ ਕਹਿਣ ਮਾਤਰ ਨਹੀਂ ਹਨ, ਇਹ ਪੱਕੇ ਸੰਸਕਾਰ ਬਣ ਜਾਂਦੇ ਨੇ। ਜੋ ਤੁਸੀਂ ਕਹਿੰਦੇ ਹੋ, ਜੋ ਤੁਸੀਂ ਸੋਚਦੇ ਹੋ, ਉਹ ਅੰਦਰ ਲਿਖਿਆ ਜਾ ਰਿਹਾ ਹੈ, ਤੁਹਾਡੇ ਸਬਕੌਂਸ਼ੀਅਸ ਦੇ ਅੰਦਰ ਜਾਈ ਜਾ ਰਿਹਾ ਹੈ, ਤੁਹਾਡਾ ਸੁਭਾਅ ਬਣੀ ਜਾ ਰਿਹਾ ਹੈ, ਇੱਕ ਨਿਊਰੋਪਾਥ ਬਣ ਜਾਂਦਾ ਹੈ ਔਰ ਬੰਦਾ ਉਸੇ ਤਰ੍ਹਾਂ ਹੀ ਫਿਰ ਕਰਮ ਕਰੀ ਜਾਂਦਾ ਹੈ, ਉਹਨਾਂ ਦੇ ਉਹਨੂੰ ਫਲ ਮਿਲੀ ਜਾਂਦਾ ਹੈ। ਤੇ ਗੁਰੂ ਜੀ ਹੁਣ ਸਾਨੂੰ ਸਮਝਾ ਰਹੇ ਨੇ, ਕਰ ਕਰ ਕਰਨਾ ਲਿਖ ਲੈ ਜਾਹੋ, ਜੋ ਤੁਸੀਂ ਸੋਚਦੇ ਹੋ, ਜੋ ਤੁਸੀਂ ਕਰਦੇ ਹੋ, ਜੋ ਤੁਸੀਂ ਬੋਲਦੇ ਹੋ, ਸੁਣਦੇ ਹੋ, ਜਿਨ੍ਹਾਂ ਕਰਮਾਂ ਨੂੰ ਬਾਰ-ਬਾਰ ਦੁਹਰਾਉਂਦੇ ਹੋ, ਉਹ ਤੁਹਾਡੇ ਅੰਦਰ ਸੰਸਕਾਰ ਰੂਪ ਵਿੱਚ ਲਿਖੇ ਜਾਂਦੇ ਨੇ, ਉਹ ਤੁਹਾਡਾ ਸੁਭਾਅ ਬਣ ਜਾਂਦਾ ਹੈ, ਉਹ ਤੁਹਾਡੀਆਂ ਆਦਤਾਂ ਬਣ ਜਾਂਦੀਆਂ ਨੇ, ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਉਹ ਸੁਭਾਅ ਉੱਥੇ ਹੀ ਜਾਂਦਾ ਹੈ। ਉਹ ਗੱਲ ਸੁਣੀ ਹੈ ਨਾ, ਜਿਹੜੇ ਇੱਥੇ ਮੂਰਖ ਉਹ ਲਾਹੌਰ ਵੀ ਮੂਰਖ। ਕੋਈ ਬੰਦਾ ਸੀ ਤੇ ਉਹਦਾ ਨਾਮ ਪੈ ਗਿਆ ਕਮਲਾ, ਮੂਰਖ ਉਹਨੂੰ ਕਹਿਣ ਸਾਰੇ ਮੂਰਖ। ਤੇ ਉਹ ਬੰਦਾ ਤੰਗ ਆ ਗਿਆ, ਕਹਿਣ ਲੱਗਾ ਵੀ ਛੱਡੋ ਇਹਨੂੰ, ਛੱਡ ਕੇ ਤੇ ਚਲੇ ਜਾਂਦੇ ਆ। ਲਾਹੌਰ ਚਲਾ ਗਿਆ, ਦਿੱਲੀੋਂ ਲਾਹੌਰ ਚਲਾ ਗਿਆ। ਉੱਥੇ ਹੁਣ ਜਾ ਕੇ ਕੰਮ ਲੱਭੇ ਨਾ, ਘਰੋਂ ਨਿਕਲੀਏ ਫਿਰ ਪਤਾ ਲੱਗਦਾ ਨਾ ਕਿੰਨੀਆਂ ਤਕਲੀਫਾਂ। ਤੇ ਉੱਥੇ ਕਿਸੇ ਮਾਈ ਨੇ ਭੱਠੀ ਦੀ ਡਾਹੀ ਸੀ, ਤੇ ਉਹ ਭੱਠੀ ਵਿੱਚ ਦਾਣੇ ਭੁੰਨਦੀ ਸੀ, ਤੇ ਕਹਿਣ ਲੱਗਾ ਮਾਈ ਮੈਂ ਇਸ ਤਰ੍ਹਾਂ ਆਇਆ ਤੇ ਮੈਂ ਰਹਿਣਾ ਹੈ। ਤੇ ਮੈਨੂੰ ਕਹਿਣ ਲੱਗੀ ਚੱਲ ਕੋਈ ਨਾ, ਤੂੰ ਇਹਨੂੰ ਮੈਂ ਰੋਟੀ ਬਣਾ ਕੇ ਖਵਾਨੀ ਆ, ਤੂੰ ਭੱਠੀ ਵਿੱਚ ਅੱਗ ਡਾ। ਉਹਨੇ ਜਦੋਂ ਅੱਗ ਡਾਈ ਤੇ ਉਹ ਮਤਲਬ ਬਾਲਣ ਉਹਨੇ ਜ਼ਿਆਦਾ ਪਾਤਾ, ਇੱਕ ਵਾਰੀ ਅੱਗ ਦਾ ਭਾਂਬੜ ਮੱਚ ਗਿਆ। ਕਹਿਣ ਲੱਗੀ ਇੰਨੀ ਅੱਗ ਨਹੀਂ, ਸਿਰਫ ਥੋੜੀ ਥੋੜੀ ਪੱਤਾ ਪੱਤਾ ਸੁੱਟ। ਉਹਨੇ ਲੱਕੜਾਂ ਬਾਹਰ ਖਿੱਚ ਲਈਆਂ ਤੇ ਨਾਲ ਇੱਕ ਪੱਤਾ ਇਹਨਾਂ ਕਤੋੜੇ ਦੇ ਵਿੱਚ ਸੁੱਟ ਦਿੱਤਾ, ਪੱਤਾ ਪੱਤਾ। ਉਹ ਕਹਿਣ ਲੱਗੀ ਤੂੰ ਥੋੜੀ ਜ਼ਿਆਦੀ ਤੇ ਫਿਰ ਚੁੱਬਾ ਜ਼ਿਆਦਾ ਡਾ ਦਿੱਤਾ। ਪਾਂਦੀ ਵੇ ਮੂਰਖਾ, ਤੈਨੂੰ ਅਕਲ ਹੈ ਨਹੀਂ। ਉਹ ਕਹਿੰਦਾ ਮਾਈ ਬਾਕੀ ਗੱਲਾਂ ਛੱਡ, ਮੈਂ ਲਾਹੌਰ ਤੋਂ ਇੱਥੇ ਲਾਹੌਰ ਆਇਆ, ਦਿੱਲੀ ਤੋਂ, ਤੇ ਹਾਲੇ ਮੈਂ ਇੱਥੇ ਆਇਆ ਹੀ ਆ, ਮੈਨੂੰ ਇਹ ਦੱਸ ਵੀ ਮੇਰਾ ਨਾਂ ਤੈਨੂੰ ਕਿਹਨੇ ਦੱਸਿਆ? ਮੂਰਖ ਮੈਨੂੰ ਸਾਰੇ ਦਿੱਲੀ ਕਹਿੰਦੇ ਸਨ, ਇੱਥੇ ਤੈਨੂੰ ਨਾਂ। ਉਹ ਆਖਣ ਲੱਗੀ ਤੇਰਾ ਨਾਂ ਦੱਸਿਆ ਨਹੀਂ, ਤੇਰੀਆਂ ਕਰਤੂਤਾਂ ਦੱਸ ਰਹੀਆਂ, ਕਰਮ ਨੇ ਨਾ। ਤਾਂ ਕਰਮ ਕਿਵੇਂ ਛਿਪਾਓ? ਉਹ ਲਿਖੇ ਜਾ ਰਹੇ ਨੇ ਅੰਦਰ, ਉਹ ਸੁਭਾਅ ਨਾਲ ਜਾਏਗਾ, ਜਿੱਥੇ ਵੀ ਜਾਓਗੇ ਜਾਏਗਾ। ਇਸ ਲਈ ਚੰਗਾ ਸੋਚੋ। ਇਸ ਲਈ ਜੇ ਮੱਤ ਦੇ ਅੰਦਰ ਵਿਕਾਰ ਨੇ, ਉਹਨਾਂ ਨੂੰ ਧੋਣ ਲਈ ਨਾਮ ਦੇ ਨਾਲ, ਸੱਚ ਦੇ ਨਾਲ ਪ੍ਰੀਤ ਪਾਓ। ਆਪਣੀ ਬੋਲੀ ਬਦਲੋ, ਆਪਣੀ ਟੋਨ ਬਦਲੋ, ਆਪਣਾ ਸੋਚਣ ਦਾ ਲਹਿਜਾ ਬਦਲੋ, ਗੁਰਬਾਣੀ ਮੁਤਾਬਕ ਬਦਲੋ, ਭਾਵ ਕਿ ਅਸੀਂ ਬਦਲੀਏ ਤੇ ਬਦਲ ਸਕਦੇ ਹਾਂ। ਹੁਣ ਗੁਰੂ ਜੀ ਕਹਿੰਦੇ ਨੇ ਵੀ ਚੱਲ ਨਾਲ ਵੀ ਲੈ ਜਾਓਗੇ, ਤੇ ਅਸੀਂ ਕਹਿ ਦਿੰਦੇ ਵੀ ਚਲੋ ਕੋਈ ਗੱਲ ਨਹੀਂ, ਜੇ ਸੁਭਾਅ ਨਾਲ ਚਲਾ ਜਾਏਗਾ ਤੇ ਫਿਰ ਕੀ ਹੈ। ਗੁਰੂ ਜੀ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ। ਜਿਹੜੇ ਹੁਣ ਤੁਸੀਂ ਬੀਜ ਬੀਜੋਗੇ, ਖਾਣੇ ਵੀ ਤੁਹਾਨੂੰ ਪੈਣੇ ਨੇ। ਜੇ ਕਿੱਕਰਾਂ ਦੇ ਬੀਜ ਬੀਜੇ ਨੇ ਤਾਂ ਕਿੱਕਰਾਂ ਦੀਆਂ ਸੂਲਾਂ ਵੀ ਤੁਹਾਨੂੰ ਚੁੱਪਣੀਆਂ ਨੇ। ਮਲੇ ਬੀਜੋਗੇ ਤੇ ਮਲਿਆਂ ਦੇ ਬੇਰ ਖਾਓਗੇ, ਕੰਡੇ ਚੁਬਾਓਗੇ। ਜੇ ਕਮਾਦ ਬੀਜਿਆ ਹੈ ਤੇ ਗੰਨੇ ਹੋਣਗੇ, ਗੁੜ ਬਣੇਗੀ, ਖੰਡ ਬਣੇਗੀ। ਅੰਗੂਰਾਂ ਦੀ ਵੱਲ ਲਾਈਏ ਤੇ ਅੰਗੂਰ ਖਾਓਗੇ। ਤੇ ਜੇ ਕਿੱਕਰਾਂ ਦੇ ਬੀਜ ਬੀਜ ਲੋਗੇ ਤੇ ਫਿਰ ਕਹੋ ਕਿ ਇਹਨਾਂ ਕਿੱਕਰਾਂ ਨੂੰ ਅੰਗੂਰ ਕਿਉਂ ਨਹੀਂ ਲੱਗਦੇ, ਮੇਰੀ ਤੇ ਕਿਸਮਤ ਬੜੀ ਮਾੜੀ ਹੈ। ਕਿਸਮਤ ਮਾੜੀ ਨਹੀਂ, ਤੇਰੀ ਸੋਚ ਮਾੜੀ ਹੈ, ਤੇਰੀ ਮੱਤ ਮਾੜੀ ਹੈ। ਬਾਬਾ ਫਰੀਦ ਜੀ ਨੇ ਕਿੰਨੇ ਪਿਆਰ ਨਾਲ ਸਮਝਾਇਆ ਹੈ, ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਂਦਾ ਲੋੜੇ ਪਰ।
ਹੁਣ ਆਪੇ ਬੀਜ ਆਪੇ ਹੀ ਖਾਓ, ਜੋ ਬੀਜੋਗੇ ਉਹ ਖਾਓਗੇ। ਜਿਵੇਂ ਫਸਲਾਂ ਜੋ ਬੀਜਦੇ ਆ ਉਹ ਖਾਂਦੇ ਆ, ਹੁਣ ਇੱਥੇ ਕਰਮਾਂ ਦੇ ਬੀਜ ਨੇ ਅੰਦਰ, ਸੰਸਕਾਰਾਂ ਦੇ ਬੀਜ ਨੇ ਅੰਦਰ। ਜੈਸੀ ਤੁਹਾਡੀ ਮੈਂਟੈਲਿਟੀ ਬਣ ਜਾਏਗੀ ਵੈਸਾ ਹੀ ਅੱਗੇ ਤੁਸੀਂ ਖਾਓਗੇ, ਉਹਦਾ ਹੀ ਫਲ ਤੁਸੀਂ ਭੋਗੋਗੇ। ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ ਨਾ, ਕਈ ਲੋਕਾਂ ਦਾ ਸੁਭਾਅ ਬੜਾ ਚੰਗਾ ਹੁੰਦਾ ਹੈ, ਬੜਾ ਪਿਆਰਾ ਹੁੰਦਾ ਹੈ, ਜਿੱਥੇ ਵੀ ਜਾਣ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ ਹੈ, ਜਿੱਥੇ ਵੀ ਉਹ ਜਾਣ ਹਾਸੇ ਖੁਸ਼ੀਆਂ ਬਖੇਰਦੇ ਨੇ। ਤੇ ਕਈ ਲੋਕਾਂ ਦਾ ਸੁਭਾਅ ਐਸਾ ਹੁੰਦਾ ਹੈ ਕਿ ਜਿੱਥੇ ਜਾਣ ਉਹ ਹੱਸਦੇ ਵੀ ਜੇ ਹੋਣ ਤੇ ਜਾਂਦਿਆਂ ਉੱਥੇ ਰੋਣਾ ਪਾ ਦੇਣਗੇ। ਕਈ ਲੋਕ ਤੁਹਾਨੂੰ ਮਿਲਣਗੇ, ਤੁਸੀਂ ਖੁੱਲ ਕੇ ਹੱਸੋ, ਖੁੱਲ ਕੇ ਹੱਸੋ, ਤੇ ਉਹ ਤੁਹਾਨੂੰ ਕਹਿਣਗੇ ਕੀ ਯਾਰ ਹਿੜ ਹਿੜ ਕਰਕੇ ਹੱਸਣਾ ਹੈ, ਪਿਆ ਅਕਲ ਕਰ ਕੁਛ, ਕੀ ਬੇਅਕਲੀ ਕਰਨ। ਬੰਦਾ ਪੁੱਛੇ ਵੀ ਹੱਸਣਾ ਬੇਅਕਲੀ ਹੈ? ਜਿਨ੍ਹਾਂ ਨੂੰ ਹੱਸਣਾ ਵੀ ਬੇਅਕਲੀ ਲੱਗਦਾ ਹੋਵੇ ਉਹਨਾਂ ਨੂੰ ਕਿੰਨੇ ਕੁ ਚੰਗੇ ਬੰਦੇ ਤੁਸੀਂ ਸਮਝਦੇ ਹੋ। ਜਿਸ ਸਮਾਜ ਦੇ ਵਿੱਚ ਹੱਸਣ ਨੂੰ ਬੇਵਕੂਫੀ ਸਮਝਿਆ ਜਾਏ, ਉਸ ਸਮਾਜ ਨੂੰ ਕਿਵੇਂ ਲੋਕ ਖੁਸ਼ੀ ਔਰ ਸੁਖੀ ਰੱਖ ਸਕਦੇ। ਇਸ ਲਈ ਜਿੱਥੇ ਐਸੀ ਸੋਚ ਵਾਲੇ ਲੋਕ ਜਾਣਗੇ ਉੱਥੇ ਉਹ ਕਲੇਸ਼ ਪਾ ਹੀ ਦੇਣਗੇ। ਤਾਂ ਸੁਭਾਅ ਹੈ ਨਾ, ਆਪੇ ਬੀਜ ਆਪੇ ਹੀ ਖਾਓ। ਜਦੋਂ ਫਿਰ ਜਿੱਥੇ ਜਾ ਕੇ ਮਾੜਾ ਵਰਤੋਗੇ ਤੇ ਫਿਰ ਅਗਲੇ ਵਿਹਾਰ ਕੀ ਕਰਨਗੇ। ਕਈ ਵਾਰੀ ਵਿਆਹ ਸ਼ਾਦੀਆਂ 'ਚ ਜਾਈਦਾ ਨਾ, ਹੋ ਸਕਦਾ ਸਾਡੇ ਵਿੱਚੋਂ ਵੀ ਕਿਸੇ ਨਾਲ ਐਵੇਂ ਵਾਪਰਿਆ ਹੋਵੇ ਕਿ ਵਿਆਹ ਦੇ ਵਿੱਚ ਗਏ ਹੋਈਏ ਤੇ ਗੜਬੜ ਹੋਈ ਹੋਵੇ ਤੇ ਘਰਦਿਆਂ ਨੇ ਸਾਨੂੰ ਕਿਹਾ ਹੋਵੇ ਵੀ ਇੰਜ ਕਰ ਵੀ ਭਰਾਵਾ ਤੂੰ ਚਲਾ ਜਾ ਵਿਆਹ ਦੇ ਵਿੱਚੋਂ, ਉਹ ਆਪਣਾ ਸਮਾਨ ਚੁੱਕ ਤੇ ਜਾ ਕਰੋ, ਕੱਢ ਦਿੰਦੇ ਨੇ ਨਾ। ਤੇ ਕਿਵੇਂ ਖਾਦਾ, ਅਸੀਂ ਆਪਣਾ ਬੀਜਾ ਖਾਦਾ ਨਾ। ਕਈ ਵਾਰ ਅਸੀਂ ਐਸੇ ਹੁੰਨੇ ਆ ਕਿ ਜੇ ਕਿਤੇ ਜਾਂਦੇ ਆ ਤੇ ਸਾਡੀ ਜਾਣ ਪਛਾਣ ਨਾ ਵੀ ਹੋਵੇ ਤੇ ਸਾਨੂੰ ਮਾਣ ਆਦਰ ਸਤਿਕਾਰ ਮਿਲਦਾ, ਕਿਉਂਕਿ ਗੁਣ ਚੰਗੇ ਨੇ, ਬੀਜ ਚੰਗੇ ਬੀਜੇ। ਤਾਂ ਕਰਮ ਹੁੰਦੇ ਨੇ ਤਿੰਨ ਤਰ੍ਹਾਂ ਦੇ, ਇਹ ਥੋੜਾ ਅਸੀਂ ਥੋੜੀ ਜਿਹੀ ਵਿਚਾਰ ਕਰ ਲੈਂਦੇ ਆ। ਕਰਮ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੱਕ ਕਰਮ ਨੇ ਪ੍ਰਾਰਬਧ ਕਰਮ। ਪ੍ਰਾਰਬਧ ਕਰਮ ਉਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਫਲ ਦੇ ਅੰਦਰ ਸਾਨੂੰ ਸੁੱਖ ਜਾਂ ਦੁੱਖ ਮਿਲ ਰਿਹਾ ਹੈ ਜਾਂ ਮਿਲ ਚੁੱਕਾ ਹੈ। ਦੂਜਾ ਹੁੰਦਾ ਹੈ ਕਿਰਿਆਮਾਨ ਕਰਮ। ਕਿਰਿਆਮਾਨ ਕਰਮ ਕਹਿੰਦੇ ਨੇ ਜੋ ਕਰਮ ਅਸੀਂ ਕਰ ਰਹੇ ਹਾਂ। ਤੀਜੇ ਕਰਮ ਹੁੰਦੇ ਨੇ ਸੰਚਿਤ ਕਰਮ, ਜੋ ਅਸੀਂ ਇਕੱਠੇ ਕੀਤੇ ਹੋਏ ਨੇ। ਇਹ ਤਿੰਨ ਤਰ੍ਹਾਂ ਦੇ ਕਰਮ ਵਿਦਵਾਨਾਂ ਨੇ ਮੰਨੇ ਨੇ। ਹੁਣ ਇਹਨਾਂ ਤਿੰਨ ਤਰ੍ਹਾਂ ਦੇ ਕਰਮਾਂ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਪ੍ਰਾਰਬਧ ਕਰਮ ਉਹਨੂੰ ਕਹਿੰਦੇ ਨੇ ਜਿਹਦੇ ਫਲ ਵਜੋਂ ਸਾਨੂੰ ਸੁੱਖ ਜਾਂ ਦੁੱਖ ਮਿਲਿਆ ਹੈ। ਉਹਨਾਂ ਕਰਮਾਂ ਨੇ ਆਪਣਾ ਕੰਮ ਕਰ ਦਿੱਤਾ ਹੈ, ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ, ਉਹਨਾਂ ਨੂੰ ਨਹੀਂ ਬਦਲਿਆ ਜਾ ਸਕਦਾ। ਜਿਵੇਂ ਇੱਕ ਬੰਦੇ ਨੇ ਪਿਸਟਲ ਵਿੱਚ ਗੋਲੀ ਪਾਈ ਤੇ ਉਸਨੇ ਗੋਲੀ ਚਲਾ ਦਿੱਤੀ, ਗੋਲੀ ਦੇ ਨਾਲ ਅੱਗੇ ਬੰਦਾ ਮਰ ਗਿਆ, ਤਾਂ ਇਹਨੂੰ ਕਵਾਂਗੇ ਅਸੀਂ ਪ੍ਰਾਰਬਧ ਕਰਮ, ਕਿਉਂਕਿ ਗੋਲੀ ਚੱਲ ਚੁੱਕੀ ਹੈ, ਬੰਦਾ ਮਰ ਚੁੱਕਾ ਹੈ। ਉਸ ਬੰਦੇ ਨੂੰ ਹੁਣ ਜਿੰਦਾ ਨਹੀਂ ਕੀਤਾ ਜਾ ਸਕਦਾ, ਉਹਦਾ ਫਲ ਹੁਣ ਮਿਲੇਗਾ, ਜੇਲ੍ਹ ਵਿੱਚ ਜਾਣਾ ਜਾਂ ਜੋ ਵੀ। ਕੋਈ ਬੰਦਾ ਪਾਣੀ ਵਿੱਚ ਡੁੱਬਣ ਲੱਗਾ ਸੀ, ਆਤਮ ਹੱਤਿਆ ਕਰਨ ਵਾਸਤੇ ਜਾ ਰਿਹਾ ਸੀ, ਤੇ ਅਸੀਂ ਉਸ ਬੰਦੇ ਨੂੰ ਥੋੜਾ ਸਮਝਾਇਆ ਤੇ ਉਹਨੂੰ ਵਾਪਸ ਮੋੜ ਲਿਆ ਤੇ ਉਹ ਬੰਦਾ ਬਚ ਗਿਆ, ਉਹਨੇ ਆਪਣੀ ਚੰਗੀ ਜ਼ਿੰਦਗੀ ਜੀਵੀ। ਇਹ ਚੰਗਾ ਕਰਮ ਹੈ, ਇਹਦਾ ਫਲ ਸਾਨੂੰ ਮਾਣ ਸਤਿਕਾਰ ਰੂਪ ਵਿੱਚ ਮਿਲੇਗਾ। ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਜਿਵੇਂ ਕਿਸੇ ਨੇ ਪੜ੍ਹਾਈ ਕੀਤੀ, ਉਹ ਡਾਕਟਰ ਬਣ ਗਿਆ, ਤਾਂ ਉਹਦਾ ਫਲ ਉਹਨੂੰ ਮਿਲ ਗਿਆ। ਹੁਣ ਉਹਨੂੰ ਉਹ ਕਿਤਾਬਾਂ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪੈਣੀ ਵੀ ਉਹ ABCD ਦੁਬਾਰਾ ਤੋਂ ਪੜ੍ਹੇ ਨਾ, ਉਹਨੇ ਪੜ੍ਹ ਲਿਆ, ਉਹਨੂੰ ਫਲ ਮਿਲ ਗਿਆ। ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ, ਜੋ ਸਾਡੀ ਜ਼ਿੰਦਗੀ ਵਿੱਚ ਸੁੱਖ ਔਰ ਦੁੱਖ ਮਿਲੇ ਨੇ। ਮੰਨ ਲਓ ਮੈਂ ਕਿਸੇ ਦੇ ਨਾਲ ਲੜ ਪਿਆ ਤੇ ਲੜਨ ਦੇ ਨਾਲ ਮੇਰਾ ਔਰ ਉਹਦਾ ਸੰਬੰਧ ਵਿਛੇਦ ਹੋ ਗਿਆ, ਤਾਂ ਹੁਣ ਹੋ ਗਿਆ, ਇਹਨੂੰ ਪ੍ਰਾਰਬਧ ਕਰਮ ਕਵਾਂਗੇ। ਉਹ ਲੜਾਈ ਹੁਣ ਵਾਪਸ ਸ਼ਬਦ ਨਹੀਂ ਆ ਸਕਦੇ, ਇਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਦੂਜਾ ਹੈ ਕਿਰਿਆਮਾਨ ਕਰਮ, ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਕਿਰਿਆਮਾਨ ਕਰਮ ਕਹਿੰਦੇ ਨੇ ਜੋ ਅਸੀਂ ਹੁਣ ਕਰ ਰਹੇ ਹਾਂ, ਵਰਤਮਾਨ ਦੇ ਅੰਦਰ ਜੋ ਅਸੀਂ ਕਰ ਰਹੇ ਹਾਂ, ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਇਹਨਾਂ ਕਰਮਾਂ ਨੂੰ ਇੰਝ ਸਮਝੋ ਕਿ ਕਿਸੇ ਬੰਦੇ ਦੇ ਕੋਲ ਪਿਸਟਲ ਹੈ, ਇੱਕ ਗੋਲੀ ਉਹਨੇ ਪਿਸਟਲ ਦੇ ਅੰਦਰ ਪਾਈ ਹੈ ਤੇ ਚਲਾ ਦਿੱਤੀ ਹੈ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਦੂਜੀ ਹੈ ਗੋਲੀ ਉਹਨੇ ਪਾਈ ਹੈ ਤੇ ਚਲਾਉਣ ਵਾਸਤੇ ਤਿਆਰ ਹੈ, ਜੇ ਚਾਹੇ ਤਾਂ ਆਪਣੀ ਉਂਗਲੀ ਪਾਸੇ ਕਰ ਲਵੇ ਔਰ ਪਿਸਟਲ ਖੋਲ ਕੇ ਗੋਲੀ ਬਾਹਰ ਕੱਢ ਲਵੇ, ਨਾ ਚਲਾਵੇ, ਇਹ ਉਹਦੇ ਵੱਸ ਵਿੱਚ ਹੈ, ਹਾਲੇ ਚੱਲੇ ਨਹੀਂ ਨਾ ਗੋਲੀ। ਇਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਜੋ ਅਸੀਂ ਕਰਨ ਜਾ ਰਹੇ ਹਾਂ ਜਾਂ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਜੇ ਨੂੰਹ ਸੱਸ ਦੀ ਗੜਬੜ ਹੋ ਗਈ ਹੈ, ਇੱਕ ਦੂਜੇ ਦੀਆਂ ਲਿੰਬਾਂ ਪੁੱਟ ਬੈਠੀਆਂ ਨੇ ਤੇ ਉਹ ਪੁੱਟ ਬੈਠੀਆਂ ਨੇ, ਪਰ ਜੇ ਅੱਗੋਂ ਹੱਥ ਵਧਾਏ ਹੋਏ ਨੇ ਤੇ ਇਹਨਾਂ ਨੂੰ ਅਸੀਂ ਵਾਪਸ ਖਿੱਚ ਸਕਦੇ ਹਾਂ। ਜੇ ਇੱਕ ਭਰਾ ਦੂਜੇ ਭਰਾ ਨੂੰ
ਕਤਲ ਕਰਨ ਵਾਸਤੇ ਜਾ ਰਿਹਾ ਹੈ ਤੇ ਉਹ ਵਾਪਸ ਆ ਸਕਦਾ ਹੈ। ਜੇ ਅਸੀਂ ਰਿਸ਼ਵਤ ਹੁਣ ਤੱਕ ਲੈ ਚੁੱਕੇ ਹਾਂ, ਉਹ ਲੈ ਚੁੱਕੇ ਹਾਂ। ਜਿਹੜੀ ਹੁਣ ਅਸੀਂ ਲੈਣ ਜਾ ਰਹੇ ਹਾਂ, ਜੇ ਨਾ ਲਵੀਏ ਤੇ ਅਸੀਂ ਨਾ ਲਵੀਏ, ਜ਼ੁਲਮ ਨਾ ਕਰੀਏ। ਇਹ ਕਿਰਿਆਮਾਨ ਕਰਮ ਬੰਦੇ ਦੇ ਆਪਣੇ ਹੱਥ। ਇਹ ਉਸ ਗੋਲੀ ਵਰਗੇ ਨੇ ਜੋ ਗੋਲੀ ਪਿਸਟਲ ਵਿੱਚ ਪਾਈ ਹੈ ਪਰ ਹਾਲੇ ਚਲਾਈ ਨਹੀਂ। ਉਹਨੂੰ ਅਸੀਂ ਬਦਲ ਸਕਦੇ ਹਾਂ। ਤਾਂ ਅਸੀਂ ਜੋ ਇਸ ਟਾਈਮ ਜ਼ਿੰਦਗੀ ਹੁਣ ਤੱਕ ਜੀ ਚੁੱਕੇ ਹਾਂ, ਉਹਦੇ ਬਦਲੇ ਸਾਨੂੰ ਮਾਨਸਿਕ ਪਰੇਸ਼ਾਨੀਆਂ ਸਹਾਰਨੀਆਂ ਪਈਆਂ ਜਾਂ ਦੁੱਖ ਸਹਾਰਨੇ ਪਏ, ਤਾਂ ਉਹ ਕਰਮ ਤਾਂ ਹੁਣ ਬਦਲੇ ਜਾ ਨਹੀਂ ਸਕਦੇ। ਲੇਕਿਨ ਜੋ ਹੁਣ ਅਸੀਂ ਬੋਲ ਬੋਲ ਕੇ ਆਪਣੀ ਪ੍ਰੀਤ ਵੰਗਾੜਨੀ ਹੈ ਜਾਂ ਗਲਤ ਕਰਮ ਕਰਕੇ ਹੋਰ ਪਰੇਸ਼ਾਨੀਆਂ ਨੂੰ ਬੁਲਾਵਾ ਦੇਣਾ ਹੈ, ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਸਾਡੇ ਹੱਥ ਵਿੱਚ ਨੇ। ਇਹਨੂੰ ਕਹਿੰਦੇ ਨੇ ਕਿਰਿਆਮਾਨ ਕਰਮ। ਤੀਜੇ ਨੇ ਸੰਚਿਤ ਕਰਮ। ਸੰਚਿਤ ਕਰਮ ਉਹਨਾਂ ਗੋਲੀਆਂ ਵਾਲੇ ਨੇ ਜੋ ਬੈਲਟ ਦੇ ਵਿੱਚ ਨੇ। ਇੱਕ ਗੋਲੀ ਚਲਾ ਦਿੱਤੀ, ਇੱਕ ਪਿਸਟਲ ਦੇ ਵਿੱਚ ਪਈ ਹੈ, ਲੇਕਿਨ 10, 12, 15, 20 ਜਾਂ 100, 200 ਗੋਲੀਆਂ ਬੈਲਟ ਵਿੱਚ ਪਾਈਆਂ ਨੇ, ਬੈਗ ਵਿੱਚ ਪਾਈਆਂ ਨੇ। ਉਹਨਾਂ ਨੂੰ ਅਸੀਂ ਕੱਢ ਕੇ ਚਲਾਣਾ। ਹੁਣ ਜੇ ਚਾਹੋ ਕਿ ਉਹਨਾਂ ਨੂੰ ਨਾ ਚਲਾਓ। ਸੰਚਿਤ ਕਰਮ ਬਦਲੇ ਜਾ ਸਕਦੇ ਨੇ। ਸੰਚਿਤ ਕਰਮ ਕੀ ਨੇ? ਜੋ ਸਾਡਾ ਸੁਭਾਅ ਬਣ ਚੁੱਕਾ ਹੈ, ਜੋ ਸੰਸਕਾਰ ਸਾਡੇ ਅੰਦਰ ਪੈ ਚੁੱਕੇ ਹਨ, ਜੇ ਉਹਨਾਂ ਨੂੰ ਅਸੀਂ ਬਦਲਣਾ ਚਾਹੀਏ ਤਾਂ ਬਦਲ ਸਕਦੇ ਹਾਂ। ਕਿਉਂ? ਕਿ ਜਿਹੜੇ ਮੈਂ ਹੁਣ ਬੋਲ ਰਿਹਾ ਨਾ, ਚਾਹਾਂ ਤਾਂ ਇਹਨੂੰ ਬਦਲ ਸਕਦਾ ਹਾਂ। ਤੇ ਜੈਸਾ ਮੇਰਾ ਬੋਲਣ ਦਾ ਸੁਭਾਅ ਬਣ ਚੁੱਕਾ ਹੈ ਨਾ, ਜੇ ਮੈਂ ਚਾਹਾਂ ਤੇ ਉਸ ਸੁਭਾਅ ਨੂੰ ਪ੍ਰੈਕਟਿਸ ਕਰਕੇ ਬਦਲ ਸਕਦਾ ਹਾਂ। ਜਿਵੇਂ ਮੈਂ ਤੁਹਾਡੇ ਨਾਲ ਬੇਨਤੀ ਕੀਤੀ ਸੀ ਨਾ, ਡਾਕਟਰ ਸਰੂਪ ਸਿੰਘ ਜੀ ਮਰਵਾਹਾ ਨੇ ਚਿੰਤਾ, ਰੋਗ, ਕਾਰਨ ਔਰ ਉਪਾਅ ਦੇ ਅੰਦਰ ਬਹੁਤ ਵਧੀਆ ਐਕਸਪਲੇਨ ਕੀਤਾ ਹੈ ਕਿ ਵੱਡੀ ਤੋਂ ਵੱਡੀ ਭੈੜੀ ਤੋਂ ਭੈੜੀ ਆਦਤ ਨੂੰ ਅਸੀਂ 20 ਦਿਨ ਦੇ ਅਭਿਆਸ ਦੇ ਨਾਲ ਬਦਲ ਸਕਦੇ ਹਾਂ। ਔਰ ਉਹ ਤਾਂ ਚਿੰਤਾ ਨੂੰ ਇੱਕ ਆਦਤ ਕਹਿੰਦੇ ਨੇ, ਕਿ ਚਿੰਤਾ ਵੀ ਇੱਕ ਆਦਤ ਹੈ ਜੋ ਸਿੱਖੀ ਜਾਂਦੀ ਹੈ, ਕਿਉਂਕਿ ਆਦਤਾਂ ਪ੍ਰੈਕਟਿਸ ਦੇ ਨਾਲ ਬਣਦੀਆਂ ਨੇ। ਅਸੀਂ ਰੋਜ਼ ਪ੍ਰੈਕਟਿਸ ਕਰਦੇ ਹਾਂ। ਜੋ ਹਾਰਮੋਨੀਅਮ ਕੋਈ ਸਿੱਖ ਰਿਹਾ ਹੈ ਤਾਂ ਰੋਜ਼ ਪ੍ਰੈਕਟਿਸ ਕਰ ਰਿਹਾ ਹੈ। ਬੱਚਾ ਜੋ ABCD ਪੜ੍ਹ ਰਿਹਾ ਹੈ ਤਾਂ ਰੋਜ਼ ਪ੍ਰੈਕਟਿਸ ਕਰ ਰਿਹਾ ਹੈ, ਉਹ ਸਿੱਖ ਰਿਹਾ ਹੈ। ਇਸੇ ਤਰ੍ਹਾਂ ਅਸੀਂ ਚਿੰਤਾ ਕਰਨੀ ਸਿੱਖਦੇ ਹਾਂ, ਅਭਿਆਸ ਕਰਦੇ ਹਾਂ। ਕਿ ਅੱਜ ਬੇਟਾ ਬਾਹਰ ਗਿਆ ਹੈ, ਕਾਸ਼ ਕਿਤੇ ਉਹਦਾ ਐਕਸੀਡੈਂਟ ਹੀ ਨਾ ਹੋ ਜਾਏ। ਐਵੇਂ ਅਸੀਂ ਸਿੱਖਦੇ ਨਾ। ਫਿਰ ਦੂਜੇ ਦਿਨ ਗਿਆ ਹੈ, ਫਿਰ ਅੱਜ ਉਹਦਾ ਕਿਤੇ ਗੜਬੜ ਹੀ ਨਾ ਹੋ ਜਾਏ। ਹੌਲੇ ਹੌਲੇ ਅਸੀਂ ਇਹਦਾ ਅਭਿਆਸ ਕਰਦੇ ਹਾਂ ਤੇ ਚਿੰਤਾ ਸਾਡੀ ਪੱਕੀ ਆਦਤ ਹੀ ਬਣ ਜਾਂਦੀ ਹੈ। ਪੱਕੀ ਆਦਤ ਬਣ ਜਾਂਦੀ ਹੈ, ਅਸੀਂ ਪ੍ਰੈਕਟਿਸ ਕੀਤੀ ਹੈ ਉਹਦੀ। ਹੁਣ ਡਾਕਟਰ ਸਰੂਪ ਸਿੰਘ ਮਰਵਾਹਾ ਲਿਖਦੇ ਨੇ ਕਿ ਜਿਹੜਾ ਚਿੰਤਾਵਾਨ ਬੰਦਾ ਹੈ ਨਾ, ਰੋਗੀ ਹੈ, ਉਹ ਚਿੰਤਾ ਦੇ ਅੰਦਰ ਮਸਤ ਰਹਿੰਦਾ ਹੈ। ਉਹਦੇ ਅੰਦਰ ਕੋਈ ਹੋਰ ਵਿਚਾਰ ਆਉਂਦੀ ਹੋਈ ਨਹੀਂ। ਬੱਦਲ ਆ ਗਏ ਨੇ, ਹੁਣ ਪਤਾ ਨਹੀਂ ਹੜ੍ਹ ਆਉਣਗੇ, ਪਿੰਡਾਂ ਦੇ ਪਿੰਡ ਰੁੜ ਜਾਣੇ ਨੇ, ਹੁਣ ਐਤਕੀ ਸਰਦੀ ਪੈਣ ਲੱਗੀ ਹੈ, ਹੁਣ ਕੱਕਰ ਪੈਣਾ ਹੈ, ਹੁਣ ਤੇ ਬਰਫ਼ ਪੈਣੀ ਸ਼ੁਰੂ ਹੋ ਗਈ, ਸਲਿੱਪਰੀ ਬਣ ਜਾਣੀ ਹੈ, ਬਸ ਬੁੱਢੇ ਤੇ ਨਹੀਂ ਬਚਦੇ, ਇਹ ਤੇ ਗਏ, ਲੱਤਾਂ ਬਾਹਾਂ ਟੁੱਟ ਗਈਆਂ। ਯਾਨੀ ਉਹ ਚਿੰਤਾਵਾਂ ਬਾਰੇ ਸੋਚਦਾ ਹੈ, ਅਭਿਆਸ ਕਰਦਾ ਹੈ, ਤੇ ਉਹ ਕਹਿੰਦਾ ਹੈ ਚਿੰਤਾਵਾਨ ਚਿੰਤਾ ਦੇ ਅੰਦਰੋਂ ਰਸ ਲੈਂਦਾ ਹੈ। ਤੇ ਡਾਕਟਰ ਜਿਹੜੇ ਮਨੋਵਿਗਿਆਨਿਕ ਨੇ, ਉਹ ਤੇ ਇਹ ਵੀ ਗੱਲ ਕਹਿੰਦੇ ਨੇ ਕਿ ਜਿੱਦਣ ਚਿੰਤਾਵਾਨ ਨੂੰ ਕੋਈ ਚਿੰਤਾ ਨਾ ਹੋਵੇ, ਕੋਈ ਚਿੰਤਾ ਵਾਲੀ ਘਟਨਾ ਨਾ ਘਟੇ, ਉਦੋਂ ਉਹਨੂੰ ਇਹ ਚਿੰਤਾ ਹੋ ਜਾਂਦੀ ਕਿ ਅੱਜ ਚਿੰਤਾ ਹੋਈ ਕਿਉਂ ਨਹੀਂ। ਉਹ ਇਸ ਗੱਲ ਦੀ ਚਿੰਤਾ ਕਰਨ ਲੱਗ ਪੈਂਦਾ ਕਿ ਅੱਜ ਚਿੰਤਾ ਹੋਈ ਕਿਉਂ ਨਹੀਂ, ਕਿਉਂਕਿ ਅਭਿਆਸ ਹੈ ਨਾ। ਹੁਣ ਇਹ ਅਭਿਆਸ ਹੈ, ਚਿੰਤਾ ਅਭਿਆਸ ਹੈ, ਹੋਰ ਕੁਛ ਨਹੀਂ ਹੈ। ਹੁਣ ਜੇ ਤੁਸੀਂ ਖੁਸ਼ ਰਹਿਣ ਦਾ ਅਭਿਆਸ ਕਰੋ, ਚਿੰਤਾ ਕਰਨੀ ਛੱਡ ਦਿਓ, ਖੁਸ਼ ਰਹਿਣ ਦਾ ਅਭਿਆਸ ਕਰੋ, ਵਰਡਿੰਗ ਬਦਲੋ ਆਪਣੀ, ਤਾਂ ਹੌਲੇ ਹੌਲੇ ਤੁਸੀਂ 20 ਦਿਨ ਦੇ ਅਭਿਆਸ ਦੇ ਨਾਲ ਖੁਸ਼ ਰਹਿਣਾ ਸਿੱਖ ਜਾਓਗੇ। ਕਿਉਂਕਿ ਜੋ ਵਰਡਿੰਗ ਅਸੀਂ 20 ਵਾਰੀ 25 ਵਾਰੀ ਬੋਲਦੇ ਹਾਂ, ਉਹ ਸਾਡੇ ਅੰਦਰ ਚਲੀ ਜਾਂਦੀ ਹੈ। ਤੇ 20-25 ਦਿਨ ਜਿਹੜੀ ਚੀਜ਼ ਨੂੰ ਅਸੀਂ ਬਾਰ-ਬਾਰ ਦੁਹਰਾਉਂਦੇ ਹਾਂ, ਉਹ ਸਾਡੀ ਇੱਕ ਆਦਤ ਬਣ ਜਾਂਦੀ ਹੈ। ਇਸ ਲਈ ਇਹ ਵਰਡਿੰਗ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਪਹਿਲਾਂ ਵੀ ਮੈਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਰਿਪੀਟ ਕਰਦਾ ਹਾਂ। ਸਵੇਰੇ ਉੱਠਦਿਆਂ ਸਾਰ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਤੇ ਇਹ ਚੀਜ਼ ਨੂੰ ਮੈਂ ਮੇਰਾ ਬੋਲਦਾ ਨਹੀਂ, ਅੰਦਰ ਫੀਲਿੰਗ ਵੀ ਲੈਣੀ ਹੈ, ਐਕਸ਼ਨ ਵੀ ਕਰਨਾ ਹੈ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ। ਐਵੇਂ ਫੀਲਿੰਗ ਵੀ ਲਓ, ਐਕਸ਼ਨ ਵੀ ਕਰੋ। ਇਹ ਨਹੀਂ ਕਿ ਵਾਹਿਗੁਰੂ ਨੇ ਖੁਸ਼ੀਆਂ ਭਰੀ ਜ਼ਿੰਦਗੀ, ਇਹ ਨਹੀਂ। ਮਨ ਬਚਨ ਕਰਮ ਕਰਕੇ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ। ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ। ਮੇਰੇ ਚਾਰ ਚੁਫੇਰੇ ਖੁਸ਼ੀਆਂ, ਪ੍ਰਸੰਨਤਾਵਾਂ, ਸਫਲਤਾਵਾਂ ਮੌਜੂਦ ਨੇ। ਰੱਬ ਦਾ ਇਹ ਸੰਸਾਰ ਬੜਾ ਸੁਹਾਵਣਾ ਹੈ। ਇਸ ਯੂਨੀਵਰਸ ਦੇ ਅੰਦਰ ਜੋ ਕੁਝ ਵੀ ਹੈ ਉਹ ਪਰਿਪੂਰਨ ਹੈ, ਤੇ ਰੱਬ ਦੇ ਇਸ ਯੂਨੀਵਰਸ ਦੇ ਅੰਦਰ ਮੈਂ ਰੱਬ ਦੀ ਇੱਕ ਸਪੈਸ਼ਲ ਕ੍ਰੀਏਸ਼ਨ ਹਾਂ।
मैं अपने परिवार तो, बच्चियां तो, सज्जना मित्रां रिश्तेदारां तो संतुष्ट हाँ, मैं खुश हाँ, मैं प्रसन्न हाँ, मैं रिलैक्स हाँ, मेरे अंदर हर काम ਕਰਨ ਦੀ ਤਾਕਤ ਹੈ, मैं उत्साह ਦੇ ਨਾਲ ਭਰਿਆ ਹੋਇਆ ਹਾਂ, मैं ਚੜ੍ਹਦੀ ਕਲਾ ਦੇ ਅੰਦਰ ਹਾਂ, मैं खुश और प्रसन्न ਹਾਂ, ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ। ਇਹ ਸ਼ਬਦ ਤੁਸੀਂ 20-25 ਵਾਰੀ ਡੇਲੀ ਰਿਪੀਟ ਕਰੋ ਔਰ 20-25 ਦਿਨ ਲਗਾਤਾਰ ਕਰੋ, ਤੁਸੀਂ ਇਹੋ ਜਿਹੇ ਹੋ ਜਾਓਗੇ। ਇਹਨੂੰ ਕਹਿੰਦੇ ਨੇ ਆਪੇ ਬੀਜ ਆਪੇ ਹੀ ਖਾਓ, ਆਪ ਬੀਜ ਕੇ ਆਪ ਹੀ ਖਾਓਗੇ। ਜੇ ਕਿਸੇ ਨਾਲ ਮਾੜੇ ਬੋਲ ਬੋਲੋਗੇ ਤਾਂ ਉਹਦਾ ਨੁਕਸਾਨ ਕਿਹਨੂੰ ਹੋਣਾ ਤੁਹਾਨੂੰ? ਕਿਸੇ ਨੇ ਪੁੱਛਿਆ ਸੀ ਗੁੱਸਾ ਕੀ ਹੈ? ਗੁੱਸਾ ਕੀ ਹੈ? ਤੇ ਕਿਸੇ ਸਿਆਣੇ ਬੰਦੇ ਨੇ ਉੱਤਰ ਦਿੱਤਾ, ਆਪਣੇ ਕਿਸੇ ਦੇ ਕਰਮਾਂ ਦੀ ਸਜ਼ਾ ਆਪਣੇ ਆਪ ਨੂੰ ਦੇਣੀ, ਇਹ ਗੁੱਸਾ ਹੈ। ਕਿਸੇ ਦੇ ਦੋਸ਼ ਦੀ ਸਜ਼ਾ ਆਪਣੇ ਆਪ ਨੂੰ ਦੇਣੀ, ਇਹ ਗੁੱਸਾ ਹੈ। ਕਿਸੇ ਨੇ ਤੁਹਾਨੂੰ ਕੁਝ ਕਹਿ ਦਿੱਤਾ ਤੇ ਹੁਣ ਤੁਸੀਂ ਗੁੱਸੇ ਦੇ ਅੰਦਰ ਅਵਾ ਤਵਾ ਬੋਲੀ ਜਾ ਰਹੇ ਹੋ, ਬਲੱਡ ਪ੍ਰੈਸ਼ਰ ਤੁਹਾਡਾ ਵੱਧ ਗਿਆ ਹੈ, ਸੈੱਲ ਤੁਹਾਡੇ ਸੜ ਰਹੇ ਨੇ, ਮੂੰਹ ਤੁਹਾਡਾ ਹੋਰ ਤਰ੍ਹਾਂ ਹੋ ਗਿਆ, ਟੱਪੀ ਜਾ ਰਹੇ ਹੋ ਕਦੇ ਇੰਝ ਨੂੰ ਤੇ ਕਦੇ ਇੰਝ ਨੂੰ, ਸਜ਼ਾ ਆਪਣੇ ਆਪ ਨੂੰ ਦੇ ਰਹੇ ਹੋ। ਇਸ ਲਈ ਆਪੇ ਬੀਜ ਆਪੇ ਹੀ ਖਾਓ, ਇਸੇ ਨੂੰ ਕਹਿੰਦੇ ਨੇ। ਇਹ ਨਹੀਂ ਕਿ ਮਰਨ ਤੋਂ ਬਾਅਦ ਖਾਓਗੇ, ਅੱਗੇ ਜਾ ਕੇ ਸਵਰਗ ਮਿਲੇਗਾ, ਅੱਗੇ ਜਾ ਕੇ ਨਰਕ। ਮਰਨ ਤੋਂ ਬਾਅਦ ਕੋਈ ਨਰਕ ਸਵਰਗ ਨਹੀਂ ਹੈ। ਇਹ ਦੁਨੀਆ ਨੂੰ ਨਰਕ ਬਣਾ ਲਓ ਜਾਂ ਸਵਰਗ ਬਣਾ ਲਓ, ਤੁਹਾਡੀ ਜ਼ਿੰਦਗੀ ਹੈ। ਆਪਣੇ ਜੀਵਨ ਨੂੰ, ਪਰਿਵਾਰ ਨੂੰ ਸਵਰਗ ਬਣਾ ਲਓ, ਇਹ ਤੁਹਾਡੇ ਹੱਥ ਵਿੱਚ ਹੈ। ਇਹਨੂੰ ਨਰਕ ਬਣਾ ਲਓ, ਇਹ ਤੁਹਾਡੇ ਹੱਥ ਵਿੱਚ ਹੈ। ਤਾਂ ਇਹ 3 ਕਿਸਮ ਦੇ ਕਰਮ ਨੇ ਜੋ ਮੈਂ ਬੇਨਤੀ ਕੀਤੀ ਸੀ, ਪ੍ਰਾਰਬਧ ਕਰਮ, ਜਿਨ੍ਹਾਂ ਦੇ ਬਦਲੇ ਸਾਨੂੰ ਸੁੱਖ ਔਰ ਦੁੱਖ ਮਿਲ ਚੁੱਕੇ ਨੇ, ਉਹਨਾਂ ਨੂੰ ਅਸੀਂ ਬਦਲ ਨਹੀਂ ਸਕਦੇ। ਦੂਜੇ ਨੇ ਕਿਰਿਆਮਾਨ ਕਰਮ, ਜੋ ਅਸੀਂ ਹੁਣ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਤੀਜੇ ਨੇ ਸੰਚਿਤ ਕਰਮ, ਜੋ ਸਾਡੇ ਅੰਦਰ ਮਾੜੇ ਵਿਚਾਰ ਨੇ, ਅੱਗੋਂ ਅਸੀਂ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਅਸੀਂ ਬਦਲ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਆਪੇ ਬੀਜ ਆਪੇ ਹੀ ਖਾਓ। ਤੁਹਾਡੇ ਆਪਣੇ ਹੋਏ ਬੀਜੇ ਫਲਾਂ ਦਾ ਫਲ ਤੁਹਾਨੂੰ ਆਪ ਹੀ ਖਾਣਾ ਪੈਣਾ ਹੈ। ਹੁਣ ਸਫਲ ਹੋਣਾ ਚਾਹੁੰਦੇ ਹੋ ਤਾਂ ਸਫਲਤਾ ਵਾਲੇ ਬੀਜ ਬੀਜੋ, ਸਫਲਤਾ ਵਾਲੇ ਵਿਚਾਰ ਸੋਚੋ, ਸਫਲਤਾ ਵਾਲੀਆਂ ਗੱਲਾਂ ਕਰੋ, ਸਫਲਤਾ ਵਾਲੇ ਕਰਮ ਕਰੋ, ਤੇ ਸਫਲਤਾ ਵਾਲੇ ਵਿਚਾਰ ਬੀਜੋਗੇ, ਤੁਸੀਂ ਸਫਲ ਹੋ ਜਾਓਗੇ। ਤੇ ਜੇ ਅਸਫਲਤਾ ਵਾਲੇ ਬੀਜੋਗੇ, ਨਹੀਂ ਮੈਂ ਤੇ ਕੁਛ ਨਹੀਂ ਕਰ ਸਕਦਾ, ਮੇਰੇ ਤੇ ਹੁਣ ਗੋਡੇ ਦੁਖਣ ਲੱਗ ਗਏ ਨੇ, ਮੈਂ ਤੇ ਨਿਕੰਮਾ ਹੀ ਆ, ਮੇਰੇ ਤੋਂ ਤੇ ਪਾਸ ਨਹੀਂ ਹੋਇਆ ਜਾਣਾ, ਮੇਰੇ ਤੇ ਬੱਚੇ ਵੀ ਕੱਖ ਨਹੀਂ ਕਰਦੇ, ਇਹ ਬੀਜ ਬੀਜੋਗੇ ਵਿਚਾਰ, ਤੇ ਐਵੇਂ ਦੇ ਹੋ ਜਾਓਗੇ, ਅਸਫਲ ਹੋ ਜਾਓਗੇ। 2 ਟੀਮਾਂ ਖੇਲ ਰਹੀਆਂ ਨੇ। ਇੱਕ ਟੀਮ ਹਾਰ ਤੋਂ ਬਚਣ ਵਾਸਤੇ ਖੇਲ ਰਹੀ ਹੈ ਕਿ ਅਸੀਂ ਹਾਰ ਨਾ ਜਾਈਏ। ਇੱਕ ਟੀਮ ਜਿੱਤਣ ਵਾਸਤੇ ਖੇਲ ਰਹੀ ਹੈ। ਹੁਣ ਇਹਨਾਂ ਚੋਂ ਕਿਹੜੀ ਟੀਮ ਜਿੱਤੇਗੀ? ਜਿਹੜੀ ਹਾਰ ਤੋਂ ਬਚਣ ਲਈ ਖੇਲ ਰਹੀ ਹੈ ਜਾਂ ਜਿਹੜੀ ਜਿੱਤਣ ਵਾਸਤੇ? 2 ਨੰਬਰ ਵਾਲੀ, ਜਿਹੜੀ ਜਿੱਤਣ ਵਾਸਤੇ ਖੇਲ ਰਹੀ ਹੈ, ਕਿਉਂਕਿ ਖੇਲ ਹੀ ਜਿੱਤਣ ਵਾਸਤੇ ਰਹੇ ਨੇ। ਤੇ ਦੂਜੇ ਹਾਰ ਤੋਂ ਬਚਣ ਵਾਸਤੇ, ਕਿਉਂਕਿ ਉਹਨਾਂ ਦੇ ਦਿਮਾਗ ਅੰਦਰ ਹਾਰ ਭਰੀ ਪਈ ਹੈ, ਉਹ ਹਾਰ ਜਾਣਗੇ। ਇਸ ਲਈ ਆਗਾਹੂ ਪੁੱਤਰਾਗ ਪਿੱਛਾ ਫੇਰ ਨਾ ਮੁਹਦੜਾ। ਮੈਨੂੰ ਇੱਕ ਬਾਦਸ਼ਾਹ ਦਾ ਨਾਮ ਭੁੱਲ ਗਿਆ, ਸ਼ਾਇਦ ਬੋਨਾਪਾਰਟ ਸੀ ਜਾਂ ਕੋਈ ਹੋਰ, ਸੌਰੀ ਨਾਮ ਮੈਨੂੰ ਨਹੀਂ ਯਾਦ। ਫੌਜਾਂ ਅੱਗੇ ਜ਼ਿਆਦੀਆਂ ਸੀ ਜਿਨ੍ਹਾਂ ਦੇ ਨਾਲ ਉਹਨੇ ਲੜਨਾ ਸੀ, ਤੇ ਇਹਦੀਆਂ ਫੌਜਾਂ ਥੋੜੀਆਂ ਘੱਟ ਸੀ। ਤੇ ਜਿਹੜੇ ਫੌਜੀ ਅਫਸਰ ਸਨ, ਉਹਨਾਂ ਨੇ ਸਲਾਹ ਦਿੱਤੀ ਕਿ ਅੱਗੇ ਜੋ ਫੌਜਾਂ ਨੇ ਉਹ ਜ਼ਿਆਦੀਆਂ ਤਾਕਤਵਰ ਨੇ, ਸਾਡੇ ਕੋਲ ਉਹਨਾਂ ਦੇ ਮੁਕਾਬਲੇ ਹਥਿਆਰ ਨਹੀਂ, ਤੇ ਅਸੀਂ ਹਾਰ ਜਾਣਾ ਹੈ। ਅਸੀਂ ਹਥਿਆਰ ਹੋਰ ਇਕੱਠੇ ਕਰਕੇ ਫਿਰ ਹਮਲਾ ਕਰੀਏ। ਉਹ ਕਹਿਣ ਲੱਗਾ, ਕੋਈ ਨਹੀਂ, ਆ ਦਰਿਆ ਤਾਂ ਪਾਰ ਕਰੋ, ਅੱਗੇ ਚੱਲ ਕੇ ਸੋਚਦੇ ਹਾਂ। ਦਰਿਆ ਪਾਰ ਕੀਤਾ। ਜਦੋਂ ਉਹਨੇ ਵੇਖਿਆ ਕਿ ਦਰਿਆ ਪਾਰ ਹੋ ਗਿਆ, ਬੰਬ ਮਾਰ ਕੇ ਉਹਨੇ ਦਰਿਆ ਤੋੜ ਦਿੱਤਾ, ਉਹ ਦਰਿਆ ਦਾ ਪੁਲ ਤੋੜ ਦਿੱਤਾ। ਤੇ ਪੁਲ ਤੋੜ ਕੇ ਆਪਣੀਆਂ ਫੌਜਾਂ ਨੂੰ ਤੇ ਜਰਨੈਲਾਂ ਨੂੰ ਕਹਿਣ ਲੱਗਾ ਕਿ ਵਾਪਸ ਜਾਣ ਦਾ ਜੋ ਰਾਸਤਾ ਹੈ ਉਹ ਖਤਮ ਹੋ ਗਿਆ ਹੈ, ਹੁਣ ਪਿੱਛੇ ਤੁਸੀਂ ਜਾ ਨਹੀਂ ਸਕਦੇ, ਪੁਲ ਟੁੱਟ ਚੁੱਕਾ। ਹੁਣ ਤੁਹਾਡੇ ਕੋਲ 2-3 ਆਪਸ਼ਨ ਨੇ, ਜਾਂ ਤੇ ਤੁਸੀਂ ਗੁਲਾਮ ਹੋ ਜਾਓ ਤੇ ਸਾਰੀ ਜ਼ਿੰਦਗੀ ਜੇਲ੍ਹਾਂ ਵਿੱਚ ਸੜੋ, ਸਾਰੀ ਜ਼ਿੰਦਗੀ ਮਜ਼ਦੂਰ ਬਣ ਕੇ, ਗੁਲਾਮ ਬਣ ਕੇ ਗੁਲਾਮੀ ਸਹਾਰੋ। ਦੂਜਾ ਆਪਸ਼ਨ ਇਹ ਹੈ ਕਿ ਮੈਦਾਨੇ ਜੰਗ ਦੇ ਅੰਦਰ ਲੜ ਕੇ ਸ਼ਹੀਦ ਹੋ ਜਾਓ ਤੇ ਤੁਹਾਡਾ ਨਾਮ ਸ਼ਹੀਦਾਂ ਵਿੱਚ ਆਏ। ਤੇ ਤੀਜਾ ਆਪਸ਼ਨ ਇਹ ਹੈ ਕਿ ਇੰਨੀ ਸ਼ਿੱਦਤ ਦੇ ਨਾਲ ਲੜੋ ਕਿ ਸਾਹਮਣੇ ਵਾਲੀਆਂ ਫੌਜਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕਰਕੇ ਜੇਤੂ ਬਣੋ। ਔਰ ਮੈਂ ਤੁਹਾਨੂੰ ਤੀਜਾ ਆਪਸ਼ਨ ਦਵਾਂਗਾ। ਮੈਂ ਤੀਜਾ ਆਪਸ਼ਨ ਚੁਣਿਆ ਹੈ ਕਿ ਅਸੀਂ ਐਵੇਂ ਲੜਨਾ ਹੈ ਕਿ ਇਹਨਾਂ ਨੂੰ ਹਾਰ ਦੇ ਕੇ ਤੇ ਅਸੀਂ ਰਾਜ ਸਿੰਘਾਸਨ ਲੈਣਾ ਹੈ, ਗੁਲਾਮ ਨਹੀਂ ਬਣਨਾ। ਔਰ ਹਕੀਕਤ ਹੈ ਉਹ ਇੰਨੀ ਸ਼ਿੱਦਤ ਦੇ ਨਾਲ ਲੜੇ ਕਿ ਉਹਨਾਂ ਨੇ ਉਸ ਬਾਦਸ਼ਾਹ ਨੂੰ ਹਰਾ ਦਿੱਤਾ ਔਰ ਰਾਜੇ ਬਣ ਗਏ। ਇਸ ਲਈ ਇਹ ਬੀਜ ਹੈ, ਪਿੱਛੇ ਜਾਣ ਦੇ ਸਾਰੇ ਰਾਸਤੇ ਬੰਦ ਕਰ ਦਿਓ।
मैं केवल अगे जाना है, मैं सच दे नाल जुड़ना है, प्रेम दे नाल जुड़ना है, बाणी दे नाल जुड़ना है, गुरमत आशे अनुसार जिंदगी जीनी है, रब दी रजा भाने मुताबिक जिंदगी जीनी है, पिछे मैं नहीं जाना। पिछे जान दे रास्ते सारे बंद कर दो, तुसी गुरमत दे धारनी हो जाओ। पर ਅਸੀਂ ऑप्शन की चुनने ना जी, सिक्खी ते बड़ी औखी है, रहत रखनी ते बड़ी औखी है, ਇਹ ਤੇ ਜੀ ਗੱਲਾਂ ਨੇ ਸਟੇਜੀ, ਕਿੱਥੇ ਐਵੇਂ ਦੀ ਜ਼ਿੰਦਗੀ ਜੀਵੀ ਜਾਂਦੀ ਹੈ, ਐਵੇਂ ਤੇ ਹੋ ਹੀ ਨਹੀਂ ਸਕਦਾ, ਐਵੇਂ ਦੀ ਜ਼ਿੰਦਗੀ ਪੂਰਾ। ਹੁਣ ਆਪਸ਼ਨ ਦੇਖੋ ਅਸੀਂ ਕੀ ਚੁਣ ਰਹੇ ਹਾਂ, ਬੀਜ ਕਿਹੜੇ ਬੀਜ ਰਹੇ ਹਾਂ, ਬੀਜ ਕਿਹੜੇ ਬੀਜ ਰਹੇ ਹਾਂ, ਤੇ ਫਿਰ ਐਵੇਂ ਹੋਏਗਾ, ਕਿਵੇਂ ਜਿੱਤੋਗੇ, ਕਿਵੇਂ ਗੁਰਮਤ ਦੀ ਜ਼ਿੰਦਗੀ ਜੀਵੋ, ਕਿਵੇਂ ਅਸੀਂ ਜੀ ਸਕਾਂਗੇ, ਕਿਵੇਂ ਗੁਰਮਤ ਫੈਲੇਗੀ। ਬੱਚੇ ਜੀ ਸਾਡੇ ਪੰਜਾਬੀ ਨਹੀਂ ਬੋਲਦੇ ਤੇ ਬੱਚੇ ਸੁਣਦੇ ਹੀ ਨਹੀਂ, ਹੁਣ ਕੀ ਬੀਜ ਬੀਜ ਰਹੇ ਹੋ ਕਿ ਬੱਚੇ ਸੁਣਦੇ ਹੀ ਨਹੀਂ, ਤੇ ਜਦੋਂ ਨਹੀਂ ਸੁਣਦੇ ਤੁਹਾਡੇ ਬੀਜ ਹੀ ਪਹਿਲਾਂ ਬੀਜਿਆ ਤੇ ਫਿਰ ਕੀ ਹੋਊਗਾ। ਇਸ ਲਈ ਪੋਜ਼ਿਟਿਵ ਸੋ, पॉजिटिव सकारात्मक बीज बीजो, आपे बीज आपे ही खाहो, नानक हुक्मी आवहो जाहो। हुक्मी का मतलब हुक्म अंदर, सिस्टम दे अंदर आओगे और चले जाओगे। जो भी आया है इस दुनिया में हुक्म दे विच आया है, सिस्टम दे अंदर। हुक्म का मतलब सिस्टम, लॉ ऑफ नेचर। लॉ ऑफ नेचर जो कुदरत के नियम ने, उन्हां नियमां दे अंदर साडा जन्म होया है ਤੇ ਉਹਨਾਂ ਨਿਯਮਾਂ ਦੇ ਅੰਦਰ ਹੀ ਮੌਤ ਹੋ ਜਾਣੀ ਹੈ। ਅਸੀਂ ਦੇਖਦੇ ਹਾਂ ਨਾ, ਜਦੋਂ 40 ਸਾਲ ਤੱਕ ਸਾਡੇ ਜੋ ਸਰੀਰ ਦੇ ਸੈੱਲ ਉਹ ਬਣਦੇ ਜ਼ਿਆਦਾ ਨੇ ਤੇ ਖਤਮ ਘੱਟ ਹੁੰਦੇ ਨੇ। 40 ਸਾਲ ਜਾ ਕੇ ਬੰਦਾ ਪੂਰਾ ਹੋ ਜਾਂਦਾ ਹੈ, ਅੱਧੇ ਅੱਧੇ ਸੈੱਲ ਉਹਨੇ ਕੀ ਬਣਦੇ ਨੇ, ਉਹਨੇ ਕੁ ਮਰਦੇ ਨੇ। 50 ਸਾਲ ਤੋਂ ਬਾਅਦ ਸੈੱਲ ਮਰਨੇ ਜ਼ਿਆਦੇ ਸ਼ੁਰੂ ਹੋ ਜਾਂਦੇ ਨੇ, ਬਣਨੇ ਘੱਟ। ਹੌਲੇ ਹੌਲੇ ਬੰਦਾ ਬੁਢੇਪੇ ਵੱਲ ਚਲਾ ਜਾਂਦਾ ਹੈ, ਫਿਰ ਅਖੀਰ ਇੱਕ ਦਿਨ ਉਹ ਖਤਮ ਹੋ ਜਾਂਦਾ ਹੈ। ਤੇ ਇਹ ਘਟਨਾ ਸਾਰਿਆਂ ਤੇ ਵਾਪਰਨੀ ਇੱਕ ਅਟਲ ਸਚਾਈ ਹੈ। ਹਰ ਇਨਸਾਨ ਹੀ ਬੱਚਾ, ਬੱਚੇ ਤੋਂ ਜਵਾਨ, ਜਵਾਨ ਤੋਂ ਬੁੱਢਾ, ਬੁੱਢੇ ਤੋਂ ਬਾਅਦ ਮੌਤ। ਹਾਂ, ਇੱਕ ਵੱਖਰੀ ਗੱਲ ਹੈ ਕਿ ਰਾਸਤੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ, ਵੱਖਰਾ ਟੌਪਿਕ ਹੈ, ਲੇਕਿਨ ਇਹ ਜਨਮ ਔਰ ਮੌਤ ਤਾਂ ਪੱਕਾ ਹੈ ਨਾ, ਕੋਈ ਪਹਿਲਾਂ ਮਰ ਗਿਆ, ਕੋਈ ਬਾਅਦ ਵਿੱਚ, ਸਾਰਿਆਂ ਨੇ ਇਸ ਦੁਨੀਆ ਤੋਂ ਚਲੇ ਜਾਣਾ ਹੈ। ਤੇ ਜੀਵਨ ਕਿਹਨੂੰ ਕਹਿੰਦੇ ਨੇ? ਜਨਮ ਤੋਂ ਲੈ ਕੇ ਮੌਤ ਤੱਕ ਦੇ ਦਰਮਿਆਨ ਜੋ ਸਮਾਂ ਮਿਲਦਾ ਹੈ ਉਹ ਜੀਵਨ ਹੈ। ਉਸ ਜੀਵਨ ਦੇ ਅੰਦਰ ਜੋ ਬੀਜੋਗੇ ਉਹ ਖਾਓਗੇ। ਹੁਣ ਇਸ ਚੀਜ਼ ਨੂੰ ਲੈ ਕੇ ਚਾਰ ਚੁਫੇਰੇ ਵੇਖੋ। ਜਿਹੜੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਹੈ ਉਹਨਾਂ ਨੇ ਬੀਜ ਪੋਜ਼ਿਟਿਵ ਔਰ ਗੁਣਾਂ ਵਾਲੇ ਬੀਜੇ ਨੇ। ਜਿਨ੍ਹਾਂ ਪਰਿਵਾਰਾਂ ਵਿੱਚ ਦੁੱਖ ਸ਼ਾਂਤੀ ਹੈ ਉਹਨਾਂ ਨੇ ਬੀਜ ਈਰਖਾ ਦਵੇਸ਼ ਵਾਲੇ ਬੀਜੇ ਨੇ, ਯਾਨੀ ਸੰਸਕਾਰ ਪੈਦਾ ਕੀਤੇ ਨੇ। ਜੋ ਅੱਜ ਪੜ੍ਹੇ ਲਿਖੇ ਲੋਕ ਨੇ, ਹਾਈਲੀ ਐਜੂਕੇਟਡ ਨੇ, ਜਾਂ ਕਿਸੇ ਨੌਕਰੀ ਪੇਸ਼ੇ ਤੇ ਪਹੁੰਚੇ ਨੇ, ਸਾਇੰਸਦਾਨ ਨੇ ਜਾਂ ਡਾਕਟਰ ਮਨੋਵਿਗਿਆਨਿਕ ਨੇ, ਉਹਨਾਂ ਨੇ ਬੀਜ ਬੀਜੇ ਨੇ, ਬਹੁਤ ਕਰੜੀ ਘਾਲਣਾ ਘਾਲੀ ਹੈ। ਤੇ ਜਿਹੜੇ ਸਾਡੇ ਵਰਗੇ ਮਾਪੇ ਭੇਜਦੇ ਹਨ ਪੜ੍ਹਨ, ਤੇ ਅਸੀਂ ਬਾਂਟੇ ਖੇਜ ਕੇ ਝਾੜੀਆਂ 'ਚ ਬਹਿ ਕੇ ਘਰ ਆ ਜਾਂਦੇ ਸੀ ਤੇ ਅੱਜ ਇੱਥੇ ਬੈਠੇ ਹਾਂ। ਕਹਿਣ ਤੋਂ ਭਾਵ ਬੀਜ ਨੇ ਨਾ, ਜੈਸੇ ਕਰਮ ਕਰੋਗੇ ਐਸੇ ਦੁਨੀਆ ਦੇ ਵਿੱਚ ਕਰਮ ਕਰਨੇ ਨੇ, ਐਸੇ ਦੁਨੀਆ ਦੇ ਵਿੱਚ ਤੁਹਾਨੂੰ ਫਲ ਮਿਲਣਾ ਹੈ। ਇਸ ਸੰਸਾਰ ਨੂੰ ਸਵਰਗ ਬਣਾ ਲਓ ਜਾਂ ਨਰਕ ਬਣਾ ਲਓ। ਤਾਂ ਅਸੀਂ ਸੰਭਾਵਨਾ ਹੈ ਸਾਡੇ ਅੰਦਰ, ਸਾਡਾ ਮਤਲਬ ਕਿ ਅਸੀਂ ਕਲਾਸ ਵਾਲੇ ਨਹੀਂ, ਪੂਰੀ ਦੁਨੀਆ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਜੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਨਾਵੇਂ ਦਾ ਮਤਲਬ ਸਿਸਟਮ, ਪ੍ਰਭੂ ਦੇ ਗੁਣ। ਰੰਗ ਦਾ ਮਤਲਬ ਪ੍ਰੇਮ। ਜੇ ਅਸੀਂ ਰੱਬ ਦੇ ਨਾਲ ਪਿਆਰ ਪਾ ਲਈਏ, ਸੱਚ ਦੇ ਨਾਲ ਸਾਡੀ ਪ੍ਰੀਤ ਬਣ ਜਾਏ, ਤਾਂ ਸਾਡੀ ਜਿਹੜੀ ਭੈੜੀ ਮੱਤ ਹੈ ਉਹ ਧੁੱਪ ਸਕਦੀ ਹੈ। ਹਰ ਇਨਸਾਨ ਚੰਗਾ ਹੋ ਸਕਦਾ ਹੈ, ਹਰ ਇਨਸਾਨ ਮਹਾਨ ਹੋ ਸਕਦਾ ਹੈ, ਹਰ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ, ਆਨੰਦ ਵਾਲੀ ਜ਼ਿੰਦਗੀ ਜੀ ਸਕਦਾ ਹੈ। ਹਰ ਇਨਸਾਨ ਆਪਣੀ ਪਰਸਨਲ ਲਾਈਫ ਨੂੰ, ਫੈਮਿਲੀ ਲਾਈਫ ਨੂੰ ਔਰ ਸੋਸ਼ਲ ਲਾਈਫ ਨੂੰ ਸਵਰਗ ਬਣਾ ਸਕਦਾ ਹੈ। ਤਾਂ ਅਸੀਂ ਸਾਰੇ ਵੀਰਾਂ ਭੈਣਾਂ ਨੇ ਜੋ ਅਸੀਂ ਕਲਾਸ ਵਿੱਚ ਸ਼ਾਮਲ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਹੈ। ਇਹ ਕਲਾਸ ਕੇਵਲ ਕੰਨ ਰਸ ਨਾ ਬਣ ਜਾਏ। ਜੇ ਕੰਨ ਰਸ ਹੀ ਬਣ ਗਈ ਕਿ ਅੱਜ ਕਥਾ ਬੜੀ ਵਧੀਆ ਹੋਈ, ਤੇ ਜਾਂ ਮੈਂ ਕਹਾਂ ਕਿ ਅੱਜ ਵੀ ਸਰੋਤਿਆਂ ਨੇ ਬੜਾ ਵੀ ਸਿਰ ਇੰਝ ਹਿਲਾ ਹਿਲਾ ਕੇ ਸੁਣਿਆ, ਇੱਥੇ ਖਤਮ ਨਾ ਹੋ ਜਾਏ, ਕੰਨ ਰਸ ਨਾ ਰਵੇ। ਅਸੀਂ ਸਾਰੇ ਵੀਰ ਭੈਣਾਂ ਆਪਣੇ ਆਪ ਨੂੰ ਬਦਲੀਏ, ਪ੍ਰੈਕਟਿਸ ਕਰੀਏ। 20 ਦਿਨ ਦੇ ਅਭਿਆਸ ਦੇ ਨਾਲ ਕਿਸੇ ਵੀ ਮਾੜੀ ਤੋਂ ਮਾੜੀ ਆਦਤ ਨੂੰ ਬਦਲ ਕੇ ਅਸੀਂ ਚੰਗੀ ਤੋਂ ਚੰਗੀ ਆਦਤ ਜਿਹੜੀ ਹੈ ਬਣਾ ਸਕਦੇ ਹਾਂ। ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਹੈ। ਅੱਜ ਇੱਥੇ ਮੈਂ ਸਮਾਪਤੀ ਕਰਦਾ ਹਾਂ। ਹੁਣ ਅੱਜ ਜੋ ਅਸੀਂ ਵਿਚਾਰਿਆ ਨਾ ਇਹ ਕਰਮ ਫਿਲੋਸਫੀ ਬਾਰੇ, ਤੇ ਇਹਦੇ ਬਾਰੇ ਜੇ ਕਿਸੇ ਵੀਰ ਭੈਣ ਦਾ ਕੋਈ ਆਪਣਾ ਤੁਸੀਂ ਆਪਣਾ ਵਿਚਾਰ ਦੇਣਾ ਚਾਹੋ ਉਹ ਦੇ ਸਕਦੇ ਹੋ, ਔਰ ਜੇ ਕੋਈ ਅੱਜ ਦੀ ਵਿਚਾਰ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਉਹ ਸਵਾਲ ਪੁੱਛ ਸਕਦੇ ਹੋ। ਜੇ ਅਸੀਂ ਇਸ ਤਰ੍ਹਾਂ ਲੜੀਵਾਰ ਵਿਚਾਰ ਕਰਦੇ ਗਏ ਤਾਂ ਜਪਜੀ ਸਾਹਿਬ ਜੀ ਦੀ ਵਿਚਾਰ ਸਮਾਪਤ ਹੋਣ ਤੱਕ ਮੇਰੇ ਖਿਆਲ ਦੇ ਅੰਦਰ
ਸਾਡੀ ਜ਼ਿੰਦਗੀ ਵਿੱਚ ਕੋਈ ਸਵਾਲ ਬਾਕੀ ਬਚੇਗਾ ਨਹੀਂ। ਜਿਵੇਂ ਹੁਣ ਅੱਜ ਦੀ ਇਸ ਪੌੜੀ ਨੂੰ ਹੀ ਲਵੀਏ ਕਿ ਇਸ ਸੰਸਾਰ ਨੂੰ ਕਿਵੇਂ ਬਦਲੀਏ ਜੀ, ਅਸੀਂ ਆਪਣੇ ਘਰਾਂ ਨੂੰ ਸੁਖੀ ਕਿਵੇਂ ਬਣਾਈਏ ਜੀ, ਤਾਂ ਉਹਦੇ ਵਾਸਤੇ ਇੱਕੋ ਹੀ ਉੱਤਰ ਹੈ ਕਿ ਉਹ ਧੋਪੇ ਨਾਵੇਂ ਕਿ ਰੰਗ ਆਪਣੀ ਮੱਤ ਨੂੰ ਬਦਲੋ ਤੇ ਉਹ ਸੱਚ ਦੇ ਨਾਲ ਪਿਆਰ ਪਾਇਆ, ਸਾਡੀ ਮੱਤ ਚੋਂ ਪਾਪ ਵਿਕਾਰ ਨਿਕਲ ਜਾਣਗੇ। ਦੇਖੋ ਹੁਣ ਇਹਦਾ ਜੇ ਦੁਬਾਰਾ ਅਸੀਂ ਸਵਾਲ ਪੁੱਛਦੇ ਹਾਂ ਤਾਂ ਇਟ ਮੀਨਸ ਅਸੀਂ ਇਸ ਚੀਜ਼ ਨੂੰ ਸੁਣਿਆ ਨਹੀਂ। ਧਿਆਨ ਨਾਲ ਸੁਣਨਾ, ਪੁਆਇੰਟ ਬਣਾਉਣੇ ਨੇ, ਆਪਣੇ ਲਿਖਦੇ ਜਾਓ ਔਰ ਇਹਨਾਂ ਤੇ ਅਸੀਂ ਅਮਲ ਕਰਨ ਦੀ ਟਰਾਈ ਕਰਨੀ ਹੈ। ਹੁਣ ਵੀਰ ਜੀ ਜਿਹੜੇ ਨੇ ਅਨਮਿਊਟ ਹੋ ਗਏ ਨੇ ਤੇ ਮੈਂ ਇੱਥੇ ਸਮਾਪਤੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਗਿਆਨੀ ਜੀ। ਤੇ ਸਾਰਿਆਂ ਨੂੰ ਬੇਨਤੀ ਹੈ ਜੀ, ਆਪਣੇ ਆਪਣੇ ਜੇ ਕਿਸੇ ਨੇ ਵੀ ਕੋਈ ਅੱਜ ਦੀ ਕਥਾ ਦੇ ਵਿੱਚ ਕੋਈ ਕੁਐਸਚਨ ਜਾਂ ਵਿਚਾਰ ਦੇਣੇ ਹੋਣ ਜਾਂ ਕੋਈ ਵੀ ਗਿਆਨੀ ਜੀ ਨੂੰ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਅਨਮਿਊਟ ਹੋ ਜਾਓ ਤੇ ਤਾਂ ਫਿਰ ਅਸੀਂ ਉਹਨਾਂ ਨੂੰ ਪੁੱਛ ਸਕੀਏ ਜੀ। ਸਭ ਤੋਂ ਪਹਿਲਾਂ ਸਾਡੇ ਨਾਲ ਸੰਦੀਪ ਕੌਰ ਜੀ ਅਨਮਿਊਟ ਹੋਏ ਆ ਤੇ ਉਹਨਾਂ ਨੂੰ ਬੇਨਤੀ ਕਰਦਾ, ਉਹਦੇ ਬਾਅਦ ਮੈਂ ਜਸਵੀਰ ਕੌਰ ਜੀ ਉਹਨਾਂ ਦੇ ਕੋਲ ਆਉਂਗਾ। ਹਾਂਜੀ ਗਿਆਨੀ ਜੀ। ਹਾਂਜੀ ਭੈਣ। ਉਤਰਸਖੇ ਇਹ ਇਸਤਰੀ ਲਿੰਗ ਹੋਇਆ ਨਾ? ਹਾਂਜੀ ਠੀਕ। ਅਸਲ ਦੇ ਵਿੱਚ ਜਿਹੜਾ ਇੱਥੇ ਉੱਤਰ ਸੁਖੇ ਹੈਗਾ ਨਾ, ਹਾਂ, ਜਦੋਂ ਅਸੀਂ ਪੁਰਾਤਨ ਬੀੜਾਂ ਦਾ ਪਾਠ ਕਰਦੇ ਹਾਂ ਤੇ ਉੱਥੇ ਸਿਹਾਰੀ ਦੇ ਨਾਲ ਹੈ ਪਾਠ। ਤੇ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਵੀ ਉਤਰਸ ਸ਼ਬਦ ਆਇਆ ਨਾ, ਤੁਸੀਂ ਇਹਦੇ ਵਿੱਚ ਗੁਰਬਾਣੀ ਐਕਸਪਲੋਰਰ ਦੇ ਵਿੱਚ ਪਾ ਕੇ ਦੇਖੋਗੇ ਤਾਂ ਸਿਹਾਰੀ ਨਾਲ ਹੀ ਆਇਆ। ਸਿਰਫ ਜਪਜੀ ਸਾਹਿਬ ਜੀ ਦੇ ਵਿੱਚ ਹੀ ਹੈ ਜਿੱਥੇ ਔਂਕੜ ਦੇ ਨਾਲ ਹੈ, ਇੱਥੇ ਵੀ ਸਿਹਾਰੀ ਨਾਲ ਹੋਣਾ ਚਾਹੀਦਾ। ਪੁਰਾਤਨ ਬੀੜਾਂ ਵਿੱਚ ਸਿਹਾਰੀ ਇਦਾਂ ਵੀ ਠੀਕ ਹੈ ਫਿਰ ਕਿ ਸਿਹਾਰੀ ਹੋਣੀ ਚਾਹੀਦੀ ਸੀ? ਨਹੀਂ, ਪੁਰਾਤਨ ਬੀੜਾਂ ਵਿੱਚ ਸਿਹਾਰੀ ਹੈ। ਹੁਣ ਕਈ ਵਾਰ ਇਸ ਤਰ੍ਹਾਂ ਹੋਇਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਉਤਾਰਾ ਕੀਤਾ ਗਿਆ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰੈਸ ਦੇ ਵਿੱਚ ਛਾਪਿਆ ਗਿਆ ਤਾਂ ਉਦੋਂ ਕੁਝ ਗਲਤੀਆਂ ਜਿਹੜੀਆਂ ਨਾ ਪ੍ਰਿੰਟਿੰਗ ਪ੍ਰੈਸ ਵੱਲੋਂ ਰਹਿ ਗਈਆਂ। ਓਕੇ, ਸਿਹਾਰੀ ਦੀ ਜਗ੍ਹਾ ਉਹਨਾਂ ਨੇ ਔਂਕੜ ਪਾਤਾ। ਹਾਂਜੀ ਹਾਂਜੀ, ਠੀਕ, ਉਤਰ ਠੀਕ ਹੈ। ਥੈਂਕ ਯੂ ਜੀ। ਧੰਨਵਾਦ ਜੀ। ਹਾਂਜੀ ਜਸਵੀਰ ਕੌਰ ਜੀ ਤੁਸੀਂ ਆ ਜਾਓ ਤੇ ਉਹਦੇ ਬਾਅਦ ਚ ਹਜੇ ਕੋਈ ਨਹੀਂ ਹੈਗਾ, ਕਿਸੇ ਨੇ ਵੀ ਅਨਮਿਊਟ ਹੋ ਜਾਣਾ ਹੋਵੇ ਤਾਂ ਉਹਦੇ ਬਾਅਦ ਮੈਂ ਉਹਨਾਂ ਨੂੰ ਲੈ ਲਵਾਂਗਾ। ਹਾਂਜੀ ਜਸਵੀਰ ਕੌਰ ਜੀ। ਗਿਆਨੀ ਜੀ, ਨਾਨਕ ਸ਼ਬਦ ਜਿਹੜਾ ਹੈਗਾ, ਨਾਨਕ ਇੱਕ ਹੈਗਾ ਆ ਸਿਹਾਰੀ ਦੇ ਨਾਲ, ਇੱਕ ਔਂਕੜ ਦੇ ਨਾਲ ਤੇ ਇੱਕ ਜਿਹਦਾ ਸਿੱਧਾ ਹੀ ਆ। ਇਹਨਾਂ ਦੇ ਤਿੰਨਾਂ ਦੇ ਡਿਫਰੈਂਸ ਕੀ ਨੇ? ਹਾਂ ਭੈਣ, ਜਿੱਥੇ ਨਾਨਕ ਸ਼ਬਦ ਦਾ ਕੱਕਾ ਮੁਕਤਾ ਹੈ ਨਾ, ਜਿਹਦੇ ਨਾਲ ਕੋਈ ਸਿਹਾਰੀ ਜਾਂ ਔਂਕੜ ਨਹੀਂ ਹੈ, ਤਾਂ ਉਹ ਕਵੀ ਦੀ ਮੋਹਰ ਛਾਪ ਹੈ। ਉਹਦਾ ਅਰਥ ਹੈਗਾ ਹੇ ਨਾਨਕ। ਤੇ ਜਿੱਥੇ ਨਾਨਕ ਦਾ ਕੱਕਾ ਔਂਕੜ ਰਾਹੀਂ ਹੈ, ਉੱਥੇ ਨਾਨਕ ਕਰਤਾ ਕਾਰਕ ਇੱਕ ਵਚਨ ਪੁਲਿੰਗ ਸ਼ਬਦ ਹੈਗਾ, ਮੇਲ ਜੈਂਡਰ ਔਰ ਸਿੰਗੂਲਰ ਸ਼ਬਦ। ਜਿਵੇਂ ਨਾਨਕ ਨੀਚ ਕਹੇ ਵਿਚਾਰ, ਉੱਥੇ ਨਾਨਕ ਦੇ ਕੱਕੇ ਥੱਲੇ ਵੀ ਔਂਕੜ ਹੈ ਔਰ ਨੀਚ ਦੇ ਚੱਚੇ ਥੱਲੇ ਵੀ। ਨੀਚ ਜਿਹੜਾ ਹੈ ਨਾਨਕ ਦਾ ਵਿਸ਼ੇਸ਼ਣ ਹੈ, ਤਾਂ ਜਿੱਥੇ ਨਾਨਕ ਦੇ ਕੱਕੇ ਥੱਲੇ ਔਂਕੜ ਆਏ ਉਹ ਸਿੰਗੂਲਰ ਸ਼ਬਦ ਹੈਗਾ ਔਰ ਕਰਤਾ ਕਾਰਕ ਹੈਗਾ। ਔਰ ਜਿੱਥੇ ਨਾਨਕ ਦੇ ਕੱਕੇ ਨਾਲ ਸਿਹਾਰੀ ਹੈ, ਉਹ ਅਧਿਕਰਨ ਕਾਰਕ ਹੋਏਗਾ ਨਾਨਕ ਨੇ ਜਾਂ ਨਾਨਕ ਵਿੱਚ। ਉਹਦਾ ਅਰਥ ਹੋਏਗਾ ਨਾਨਕ ਨੇ ਸਿਹਾਰੀ ਵਾਲੇ ਦਾ। ਜਿੱਥੇ ਔਂਕੜ ਵਾਲਾ ਕੱਕਾ ਹੈਗਾ ਉੱਥੇ ਉਹਦਾ ਅਰਥ ਹੋਏਗਾ ਨਾਨਕ ਕਰਤਾ ਕਾਰਕ ਸਿੰਗੂਲਰ ਸ਼ਬਦ। ਔਰ ਜਿੱਥੇ ਨਾਨਕ ਦਾ ਕੱਕਾ ਮੁਕਤਾ ਹੈ, ਉਹਦਾ ਮਤਲਬ ਹੇ ਨਾਨਕ। ਓਕੇ, ਥੈਂਕ ਯੂ ਵੈਰੀ ਮਚ। ਧੰਨਵਾਦ ਗਿਆਨੀ ਜੀ। ਹਾਂਜੀ ਭੈਣ ਜੀ। ਜਿੱਥੇ ਕੱਕੇ ਨੂੰ ਔਂਕੜ ਹੈ, ਉੱਥੇ ਉਹਦਾ ਮਤਲਬ ਕਿ ਗੁਰੂ ਨਾਨਕ ਜੀ ਆਪ ਕਹਿ ਰਹੇ ਆ। ਹਾਂਜੀ ਹਾਂਜੀ, ਆਪਣੇ ਵਾਸਤੇ ਆਪ ਕਹਿ ਰਹੇ ਨੇ। ਹਾਂਜੀ, ਜਿਵੇਂ ਨਾਨਕ ਨੀਚ ਕਹੇ ਵਿਚਾਰ। ਥੈਂਕ ਯੂ ਜੀ। ਤੇ ਸਾਡੇ ਨਾਲ ਹੈਗੇ ਹਰਵਿੰਦਰ ਕੌਰ ਸੈਣੀ, ਉਹਨਾਂ ਨੇ ਪੁੱਛਣਾ ਜੀ ਕੁਛ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਫਤਿਹ ਭੈਣ। ਹਾਂਜੀ, ਤੁਹਾਡੀ ਕਥਾ ਬਹੁਤ ਸੋਹਣੀ ਸੀ, ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ ਮੈਂ ਤੁਹਾਨੂੰ ਪੁੱਛਣਾ ਸੀ, ਜਿਹੜੇ ਕਰਮ ਤੁਸੀਂ ਦੱਸਿਆ 3, ਹਾਂਜੀ, ਆਪ ਤੋਂ ਜਿਹੜਾ ਪਹਿਲਾ ਕਰਮ ਦਾ ਉਹਦਾ ਤੁਸੀਂ ਕੀ ਦੱਸਿਆ ਸੀਗਾ, ਕਿਹੜਾ ਕਰਮ? ਜਿਹੜਾ ਪਹਿਲਾ ਅਸੀਂ ਕੀਤਾ ਸੀ ਪ੍ਰਾਰਬਧ ਕਰਮ ਕਹਿੰਦੇ ਨੇ ਉਹਨੂੰ। ਪ੍ਰਾਰਬਧ ਕਰਮ ਦਾ ਮਤਲਬ ਕਿ ਜਿਨ੍ਹਾਂ ਕਰਮਾਂ ਦੇ ਫਲ ਵਿੱਚ ਸਾਨੂੰ ਸੁੱਖ ਔਰ ਦੁੱਖ ਮਿਲੇ ਨੇ। ਜਿਵੇਂ ਕਿ ਮੈਂ ਕਿਸੇ ਬੰਦੇ ਨੂੰ ਗਾਲ ਕੱਢੀ ਤੇ ਉਹਨੇ ਮੇਰੇ ਮੂੰਹ ਤੇ ਥੱਪੜ ਮਾਰਤਾ, ਇਹਨੂੰ ਕਵਾਂਗੇ ਪ੍ਰਾਰਬਧ ਕਰਮ, ਵੀ ਨਾਲ ਦੇ ਨਾਲ ਮੈਨੂੰ ਉਹਦਾ ਫਲ ਮਿਲ ਗਿਆ। ਓਕੇ ਜੀ। ਮੈਂ ਕਿਸੇ ਨੂੰ ਜੀ ਕਿਹਾ ਤੇ ਉਹਨੇ ਮੈਨੂੰ ਸਤਿਕਾਰ ਦਿੱਤਾ, ਜੋ ਮੈਨੂੰ ਸੁੱਖ ਔਰ ਦੁੱਖ ਮਿਲੇ ਉਹਨੂੰ ਕਹਿੰਦੇ ਨੇ ਪ੍ਰਾਰਬਧ ਕਰਮ। ਦੂਜੇ ਨੇ ਕਿਰਿਆਮਾਨ ਕਰਮ, ਜੋ ਅਸੀਂ ਕਰ ਰਹੇ ਹਾਂ ਪ੍ਰੈਜ਼ੈਂਟ ਵਿੱਚ, ਜੋ ਮੈਂ ਬੋਲ ਰਿਹਾ। ਤੇ ਤੀਜੇ ਨੇ ਸੰਚਿਤ ਕਰਮ, ਜੋ ਮੇਰਾ ਸੁਭਾਅ ਬਣਿਆ ਹੋਇਆ ਅੰਦਰ, ਜਿਹੜੇ ਮੇਰੇ ਸੁਭਾਅ ਬਣਿਆ, ਜਿਹੜੇ ਮੈਂ ਅੱਗੇ ਕਰਮ ਹੋਰ ਕਰਨੇ ਨੇ ਜਾਂ ਬੋਲਣੇ ਨੇ। ਇਹ 3। ਓਕੇ ਜੀ, ਧੰਨਵਾਦ। ਤੁਹਾਡਾ ਬਹੁਤ ਬਹੁਤ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ।
ਬਸ ਜੀ ਹੋਰ ਸਾਡੇ ਕੋਲ ਹੈ ਨਹੀਂ ਵੀ ਕੋਈ ਵੀ ਜਿਨ੍ਹਾਂ ਨੇ ਕੋਈ ਕੁਐਸਚਨ ਪੁੱਛਣਾ ਹੋਵੇ ਤੇ ਬਹੁਤ ਰਵਿੰਦਰ ਸਿੰਘ ਨੈਂਦਰਾ ਜੀ। ਹਾਂਜੀ, ਮੈਂ ਕਹਿੰਦੀ ਥੋੜਾ ਜਿਹਾ ਪੁੱਛਣਾ ਸੀ, ਚਲੋ ਪੰਜਾਬੀ ਦੇ ਇੰਨੇ ਨਹੀਂ ਆਉਣ ਕਰਕੇ, ਸੰਸਕਾਰ ਦਾ ਕੀ ਮਤਲਬ ਹੁੰਦਾ ਭਲਾ? ਸੰਸਕਾਰ ਨੂੰ ਹੁਣ ਇਹਦਾ ਵਾਸਤੇ ਇੰਗਲਿਸ਼ ਦਾ ਸ਼ਬਦ ਤੁਹਾਨੂੰ ਦੱਸਣ ਵਾਸਤੇ ਮੇਰੇ ਕੋਲ ਪੈਨ। ਪੁਨੀਤ ਕੌਰ ਦੱਸੋਗੇ ਇਹਦਾ ਇੰਗਲਿਸ਼ ਦਾ ਵਰਡ ਕੋਈ ਸੰਸਕਾਰ ਦਾ? ਸੰਸਕਾਰ ਜਿਸ ਤਰ੍ਹਾਂ ਕਹਿੰਦੇ ਨਾ ਤੁਸੀਂ ਚੰਗੇ ਸੰਸਕਾਰ ਲਏ ਹੈਗੇ ਆ, ਚੰਗੀ ਸਿੱਖਿਆ ਲਈ ਹੈ, ਸੰਸਕਾਰ ਨੂੰ ਅਸੀਂ ਗੁਣ ਕਹਿ ਸਕਦੇ ਹਾਂ। ਗੁਣ, ਚੰਗੇ ਗੁਣ ਲਏ ਹਨ, ਚੰਗੇ ਗੁਣ। ਗੁਣ ਜਾਂ ਸੁਭਾਅ ਕਹਿ ਲਓ, ਐਵੇਂ ਅਸੀਂ ਕਹਿ ਸਕਦੇ ਹਾਂ, ਲੇਕਿਨ ਸੰਸਕਾਰ ਦਾ ਮੀਨਿੰਗ ਥੋੜਾ ਕੋਈ ਵਰਡ ਕਿਹੜਾ ਹੋਏਗਾ ਇੰਗਲਿਸ਼ ਦਾ, ਉਹਦੇ ਬਾਰੇ ਮੈਨੂੰ। ਸੰਸਕਾਰ ਜੀ ਵਰਚੂ ਤੇ ਨਹੀਂ, ਮੋਰਲ ਵੈਲਿਊਜ਼ ਕਹਿ ਸਕਦੇ ਹੋ, ਜਾਂ ਹੈਬਿਟਸ ਮੈਨਰ ਵੀ ਕਹਿ ਸਕਦੇ ਆ। ਕੀ ਕਹਿ ਸਕਦੇ? ਹੈਬਿਟਸ ਚੰਗੇ ਮੈਨਰ ਹੈਗੇ। ਮੋਰਲ ਵੈਲਿਊਜ਼। ਹਾਂਜੀ, ਮੋਰਲ ਵੈਲਿਊਜ਼ ਠੀਕ ਹੈ। ਹਾਂਜੀ, ਮੋਰਲ ਵੈਲਿਊ ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਹਰਦੀਪ ਸਿੰਘ ਭੋਗਲ। ਹਾਂਜੀ ਮੈਂ ਸਿਰਫ ਕਹਿਣਾ ਵਰਚੂਸ ਕਹਿੰਦੇ ਨੇ, ਫਿਰ ਚੰਗੇ ਗੁਣ, ਸੰਸਕਾਰ ਨੇ ਚੰਗੇ ਗੁਣ, ਵਰਚੂਸ। ਠੀਕ ਹੈ ਜੀ, ਦੈਟਸ ਦ ਰਾਈਟ ਵਰਡ ਆਈ ਥਿੰਕ, ਬਟ I'm a bit wrong, ਹੈ ਨਾ? ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਥੈਂਕ ਯੂ ਜੀ ਤੁਹਾਡਾ ਬਹੁਤ, ਸਾਰਿਆਂ ਦਾ ਬਹੁਤ ਬਹੁਤ। ਤੇ ਹੋਰ ਤਾਂ ਮੇਰਾ ਖਿਆਲ ਹੁਣ ਕੋਈ, ਮੇਰੇ ਖਿਆਲ ਚ ਨਾ ਸੰਸਕਾਰ ਨੂੰ ਸੈਂਕਰਾਮੈਂਟ ਕਹਿਣਗੇ। ਸੈਕਰਾਮੈਂਟ ਤੁਹਾਡਾ ਸੈਂਟੀਮੈਂਟ ਨਹੀਂ ਗਿਆਨੀ ਜੀ, ਤੁਹਾਡਾ ਕਹਿਣ ਦਾ ਮਤਲਬ ਸੈਂਟੀਮੈਂਟਸ ਨਹੀਂ, ਇੱਥੇ ਕਈ ਸਾਰੇ ਦਿੱਤੇ ਨੇ, ਮੈਨੂੰ ਇੰਗਲਿਸ਼ ਪੜ੍ਹਨੀ ਵੀ ਨਹੀਂ ਆਉਂਦੀ ਹੈ, ਸੁਣ ਲਓ ਮੈਂ ਇਹਨੂੰ ਕਹਿ ਦਿੰਦਾ ਵਾਂ। ਪਹਿਲੇ ਜਿਹੜਾ ਕਰਕੇ ਮਾਈਕ ਦੇ ਤੇ ਸੈਕਰਮੈਂਟਸ। ਹਾਂਜੀ ਚਲੋ ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ ਜੀ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ। ਤੇ ਅੱਜ ਥੋੜਾ ਜਿਹਾ ਇੰਗਲਿਸ਼ ਦਾ ਵੀ ਸਿੱਖ ਲਿਆ, ਗਿਆਨੀ ਜੀ ਨੇ ਵੀ ਤੁਹਾਨੂੰ ਦੱਸ ਦਿੱਤਾ ਥੋੜਾ ਜਿਹਾ। ਆਉਂਦਾ ਤਾਂ ਇਹਨਾਂ ਨੂੰ ਬਹੁਤ ਕੁਛ ਹੈ, ਪਰ ਉਹ ਕਈ ਵਾਰੀ ਅਟਕ ਜਾਂਦੀ ਕੋਈ ਨਾ ਕੋਈ ਗੱਲ। ਨਹੀਂ, ਇੰਗਲਿਸ਼ ਬਾਰੇ ਮੈਨੂੰ ਪਤਾ ਨਹੀਂ, ਸਗੋਂ ਜੇ ਕੋਈ ਤੁਹਾਡੇ ਵਿੱਚੋਂ ਹੈ ਜਿਹੜਾ ਮੈਨੂੰ ਸਿਖਾ ਸਕਦਾ ਹੋਵੇ ਤਾਂ ਮੈਂ ਤੁਹਾਡਾ ਸਟੂਡੈਂਟ ਬਣਨ ਲਈ ਤਿਆਰ ਹਾਂ ਕਿਸੇ ਵੀਕਐਂਡ ਦਾ। ਠੀਕ ਹੈ ਜੀ, ਮੇਰਾ ਖਿਆਲ ਏਦਾਂ ਹੈ ਵੀ ਟੀਚਰ ਮੂਹਰੇ ਟੀਚਰ ਹੋ ਕੇ ਥੋੜਾ ਜਿਹਾ ਮੁਸ਼ਕਿਲ ਪੈਂਦੀ ਸਾਰਿਆਂ ਨੂੰ, ਇਸ ਕਰਕੇ ਮੇਰਾ ਖਿਆਲ ਸਾਰੇ ਚੱਕਦੇ ਹੋਣੇ ਆ ਜੀ। ਤੇ ਚਲੋ ਕੋਈ ਗੱਲ ਨਹੀਂ ਜੀ, ਕੋਈ ਏਦਾਂ ਕੋਈ ਲਫ਼ਜ਼ ਹੋਦਾ ਤੇ ਥੱਲੇ ਹੁੰਦਾ ਤਾਂ ਫਿਰ ਈਜ਼ੀ ਵੇ ਹੈਗਾ ਆ। ਤੁਸੀਂ ਸਾਡੇ ਨਾਲ ਇੰਗਲਿਸ਼ ਚ ਗੱਲ ਕਰੋ, ਅਸੀਂ ਤੁਹਾਡੇ ਨਾਲ ਪੰਜਾਬੀ, ਸਾਡੀ ਪੰਜਾਬੀ ਵਧੀਆ ਹੋ ਜਾਊ, ਤੁਹਾਡੀ ਇੰਗਲਿਸ਼ ਵਧੀਆ ਹੋ ਜਾਊ। ਮੇਰੀ ਇੰਗਲਿਸ਼ ਵੀ ਨਾ ਉਹ ਜਿਵੇਂ ਪੰਜਾਬੀ ਨਹੀਂ ਬੋਲਦੇ ਆਪਣਾ ਹਿੰਦੀ, ਉਵੇਂ ਦੀ ਮੇਰੀ ਇੰਗਲਿਸ਼ ਹੋਣੀ ਹੈ। ਪਤਾ ਨਹੀਂ ਇਹ ਰਾਸਤੇ में किसने टोया पाटा है, ना टापा जाता है ना लांघा जाता। ਚਲੋ ਠੀਕ ਹੈ ਜੀ। ਵੈਸੇ ਗੱਲ ਭੈਣ ਦੀ ਠੀਕ ਸੀਗੀ ਵੀ ਜਦੋਂ ਸਾਰੇ ਜਣੇ ਇੱਥੇ, ਗੱਲ ਠੀਕ ਹੈ। ਹਾਂਜੀ ਗੱਲ ਹਾਂਜੀ, ਇੰਡੀਆ ਤੋਂ ਜਦੋਂ ਇੰਗਲੈਂਡ ਦੇ ਵਿੱਚ ਸਾਡੇ ਵਰਗੇ ਅਨਪੜ੍ਹ ਬੰਦੇ ਵੀ ਆਏ ਆ ਨਾ, ਉਹਨਾਂ ਨੇ ਆ ਕੇ ਆਉਂਦਾ ਕੱਖ ਨਹੀਂ ਸੀਗਾ, ਤਾਂ ਉਹ ਯੈਸ ਨੋ ਵਾਲਾ ਕੰਮ ਸੀਗਾ ਜੀ। ਹੌਲੀ ਹੌਲੀ ਫਿਰ ਜਿੱਦਾਂ ਇਹਨਾਂ ਨੇ ਕਿਹਾ ਨਾ, ਤੁਸੀਂ ਪ੍ਰੈਕਟਿਸ ਕਰੋ ਤਾਂ ਉਹਦੇ ਵਿੱਚ ਕੋਈ ਨਾ ਕੋਈ ਵੀ ਬੋਲੀ ਆ ਕਿ ਤੁਸੀਂ ਇੱਕ। ਜਸਵੀਰ ਭੈਣ ਧੰਨਵਾਦ ਤੁਹਾਡਾ, ਮੈਂ ਕਰਾਂਗਾ ਟਰਾਈ ਤੁਹਾਡੇ ਨਾਲ ਗੱਲਬਾਤ ਕਰਨ ਦੀ ਇੰਗਲਿਸ਼ ਵਿੱਚ ਥੋੜੀ ਬਹੁਤੀ। ਠੀਕ ਹੈ, ਧੰਨਵਾਦ ਜੀ। ਠੀਕ ਹੈ ਜੀ, ਇੱਥੇ ਆਪਾਂ ਫਿਰ ਸਮਾਪਤੀ ਕਰਦੇ ਹਾਂ ਜੀ। ਬਾਕੀ ਦੀ ਆਪਾਂ ਕੱਲ ਨੂੰ ਫਿਰ। ਅਵਤਾਰ ਸਿੰਘ ਜੀ ਤੁਸੀਂ ਕੁਝ ਕਹਿਣਾ? ਮੈਂ ਕਿਹਾ ਅੰਗਰੇਜ਼ੀ ਸਾਡੇ ਕੋਲ ਸਾਮੀ ਹੁੰਦੀ ਹੈ, ਏਦਾਂ ਬਾਹਲਾ ਨਾ ਰੋਕਾ ਪਾਓ। ਹਾਂਜੀ, ਅੰਗਰੇਜ਼ੀ ਆਪਣੇ ਕੋਲ ਸਾਮੀ ਜਿਹੀ ਆ, ਪੰਜਾਬੀ ਦਾ ਹੋਊਗੀ ਵਾਧੂ, ਅੰਗਰੇਜ਼ੀ ਚ ਛੇਤੀ ਮੁੱਕ ਜਾਂਦੀ ਸਾਡੇ ਕੋਲ। ਚਲੋ ਤੁਹਾਡੀ ਵੀ ਕਲਾਸ ਲੱਗ ਜਾਊਗੀ ਭਾਜੀ ਨਾਲ ਹੀ ਫਿਰ। ਠੀਕ ਹੈ ਜੀ, ਇੱਥੇ ਕਰਦੇ ਹਾਂ ਸਮਾਪਤੀ ਜੀ। ਆਪਾਂ ਫਿਰ ਕੱਲ ਨੂੰ ਮਿਲਦੇ ਹਾਂ ਜੀ 2 ਵਜੇ ਮੁੜ ਕੇ ਫੇਰ ਇਸੇ ਤਰ੍ਹਾਂ। ਧੰਨਵਾਦ ਗਿਆਨੀ ਜੀ ਦਾ ਤੇ ਧੰਨਵਾਦ ਸਾਰੀਆਂ ਸੰਗਤਾਂ ਦਾ, ਤੇ ਬੁਲਾਓ ਫਤਿਹ ਜੀ। ਕੱਲ ਨੂੰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।